हाँ जी, सत श्री अकाल। मैं कुलदीप ਸਿੰਘ ਸਿੱਧੂ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਜਿਵੇਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਲਾਇਬ੍ਰੇਰੀਅਨ ਦਾ ਪੇਪਰ ਆ ਰਿਹਾ ਤੇ ਜਾਂ ਐਨਬੀਐਸ ਦਾ ਉਹਦੀ ਡੇਟ ਹਜੇ ਆਉਣੀ ਹੈ, ਜਾਂ ਹੋਰ ਕੋਈ ਵੀ ਲਾਇਬ੍ਰੇਰੀਅਨ ਦਾ ਪੇਪਰ ਹੋਊਗਾ ਉਹਦੇ ਵਿੱਚ ਇਹ ਟੌਪਿਕ ਪੁੱਛੇ ਜਾਂਦੇ ਨੇ। ਲਾਇਬ੍ਰੇਰੀ ਦੇ ਸੌਫਟਵੇਅਰ ਨੇ ਸੋਲ, ਲਿਬਸਿਸ ਤੇ ਇੱਕ RFID। RFID ਹੁੰਦਾ ਹੈ ਆਇਡੈਂਟੀਫਿਕੇਸ਼ਨ ਵਾਸਤੇ, ਕਿਸੇ ਪ੍ਰੋਡਕਟ ਦੀ ਆਇਡੈਂਟੀਫਿਕੇਸ਼ਨ ਵਾਸਤੇ। ਲਾਇਬ੍ਰੇਰੀ ਦੇ ਵਿੱਚ ਆਪਾਂ ਇਹਨੂੰ ਬੁੱਕਸ ਦੀ ਆਇਡੈਂਟੀਫਿਕੇਸ਼ਨ ਵਾਸਤੇ ਯੂਜ਼ ਕਰਦੇ ਹਾਂ। ਜਿਵੇਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਕੋਹਾ ਸੌਫਟਵੇਅਰ ਬਾਰੇ ਗੱਲਬਾਤ ਕੀਤੀ ਸੀ ਤੇ ਉਹਦੇ ਵਿੱਚ ਆਪਾਂ ਓਪਨ ਸੋਰਸ ਸੌਫਟਵੇਅਰ ਬਾਰੇ ਦੇਖਿਆ ਸੀ। ਠੀਕ ਹੈ, ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਜ਼ਰੂਰ ਦੇਖਿਓ ਜਾ ਕੇ, ਇਹਦੇ 'ਚੋਂ ਵੀ ਕੁਐਸਚਨ ਪੁੱਛੇ ਜਾ ਸਕਦੇ ਨੇ। ਠੀਕ ਹੈ, ਸੋ ਇਹਦੇ ਵਿੱਚ ਆਪਾਂ ਦੇਖਦੇ ਹਾਂ ਸੋਲ, ਲਿਬਸਿਸ ਐਂਡ RFID ਬਾਰੇ। ਸੋ ਸੋਲ ਇੱਕ ਸੌਫਟਵੇਅਰ ਹੈ ਲਾਇਬ੍ਰੇਰੀ ਦਾ। ਸੋ ਇਹਦੇ ਬਾਰੇ ਆਪਾਂ ਦੇਖਦੇ ਹਾਂ। ਇਹ ਜਿਵੇਂ ਆਪਾਂ ਗੱਲ ਕੀਤੀ ਸੀ ਪਿਛਲੀ ਵੀਡੀਓ ਦੇ ਵਿੱਚ ਇੰਟੀਗ੍ਰੇਟਡ ਲਾਇਬ੍ਰੇਰੀ ਸਿਸਟਮ ਬਾਰੇ ਜਾਂ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਬਾਰੇ। ਥੋੜਾ ਜਿਹਾ ਦੀਵਾਲੀ ਹੈ, ਤੁਹਾਨੂੰ ਪਤਾ ਵੀ ਖੜਕਾ ਲੜਕਾ ਤਾਂ ਹੋਊਗਾ ਆਸੇ ਪਾਸੇ। ਠੀਕ ਹੈ, ਸੋ ਵੀਅਰ ਕਰਿਓ। ਪਰ ਤੁਹਾਡਾ ਪੇਪਰ ਨੇੜੇ ਆ, ਮੈਨੂੰ ਐਂ ਸੀ ਵੀ ਵੀਡੀਓ ਵੀ ਜ਼ਰੂਰ ਤੁਹਾਨੂੰ ਮੈਂ ਕਿਹਾ ਸੀ, ਤੁਹਾਡੇ ਨਾਲ ਕਮਿਟਮੈਂਟ ਕੀਤੀ ਸੀ ਮੈਂ ਟੌਪਿਕ ਕਰਵਾਊਂਗਾ। ਠੀਕ ਹੈ, ਸੋਲ ਹੈ ਜਿਹੜਾ ਸੌਫਟਵੇਅਰ ਹੈ, ਇਹਦੀ ਐਬਰੀਵੇਸ਼ਨ ਵੀ ਹੁੰਦੀ ਹੈ SOUL, ਸੌਫਟਵੇਅਰ ਫॉर ਯੂਨੀਵਰਸਿਟੀ ਲਾਇਬ੍ਰੇਰੀਜ਼। ਸੋ ਮੇਨਲੀ ਯੂਨੀਵਰਸਿਟੀ ਲਾਇਬ੍ਰੇਰੀਜ਼ ਵਾਸਤੇ ਬਣਿਆ ਸੀ ਤੇ ਹੁਣ ਉਸ ਤੋਂ ਬਾਅਦ ਇਹ ਸਕੂਲਾਂ ਸਕਾਲਾਂ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ। ਠੀਕ ਹੈ, ਇਨੀਸ਼ੀਅਲੀ ਰਿਲੀਜ਼ ਹੋਇਆ ਸੀ ਇਹ 2000 ਦੇ ਵਿੱਚ ਤੇ ਆਰਕੀਟੈਕਚਰ ਹੈ ਜਿਹੜਾ ਇਹਦਾ ਕਲਾਇੰਟ ਸਰਵਰ ਬੇਸਡ ਹੈ। ਮਤਲਬ ਕਿ ਇੱਕ ਸਰਵਰ ਬਣ ਜਾਂਦਾ ਹੈ, ਬਾਕੀ ਦੇ ਸਾਰੇ ਕਲਾਇੰਟ ਨੇ ਜਿਹੜੀਆਂ ਉਹ ਸਰਵਿਸਿਜ਼ ਨੂੰ ਐਕਸੈਸ ਕਰਦੇ ਨੇ। ਠੀਕ ਹੈ, ਤੇ ਇਨਫਲਿਬ ਨੇ ਬਣਾਇਆ, ਇਨਫਲਿਬਨੈਟ। ਠੀਕ ਹੈ, ਇਹ ਵੀ ਤੁਸੀਂ ਚੰਗੀ ਤਰ੍ਹਾਂ ਪੜ੍ਹਿਆ ਹੋਣਾ ਲਾਇਬ੍ਰੇਰੀ ਵਾਲਿਆਂ ਨੇ। ਤਾਂ ਟਾਈਪ ਹੈ ਜਿਹੜਾ ਯੂਨੀਕੋਡ ਬੇਸਡ ਹੈ ਇਹ, ਜਾਂ ਕਹਿ ਲਓ ਕਰੈਕਟਰ ਐਨਕੋਡਿੰਗ ਕਿਹੜੀ ਯੂਜ਼ ਹੁੰਦੀ ਹੈ ਇਹਦੇ 'ਚ, ਯੂਨੀਕੋਡ। ਤੇ ਲਾਇਸੈਂਸ ਇਹਦਾ ਪ੍ਰੋਪਰਾਈਟਰੀ ਲਾਇਸੈਂਸ ਹੈ, ਕਲੋਜ਼ਡ ਸੋਰਸ ਹੈ। ਜਿਵੇਂ ਆਪਾਂ ਕੋਹਾ ਦੀ ਗੱਲ ਕੀਤੀ ਸੀ, ਕੋਹਾ ਇੱਕ ਓਪਨ ਸੋਰਸ ਸੌਫਟਵੇਅਰ ਸੀ, ਇਹ ਕਲੋਜ਼ ਸੋਰਸ ਹੈ, ਯਾਨੀ ਕਿ ਪ੍ਰੋਪਰਾਈਟਰੀ ਸੌਫਟਵੇਅਰ ਹੈ, ਇਹ ਯਾਦ ਰੱਖਣਾ। ਠੀਕ ਹੈ, ਲੇਟੈਸਟ ਵਰਜ਼ਨ ਜਿਹੜਾ ਹੈ ਇਹਦਾ ਸੋਲ 3.0 ਹੈ, ਫੈਬਰਰੀ 2021 ਦੇ ਵਿੱਚ ਰਿਲੀਜ਼ ਹੋਇਆ। ਤੇ ਇਹਦੇ ਚੋਂ ਡਾਇਰੈਕਟ ਕੁਐਸਚਨ ਬਣ ਸਕਦਾ ਹੈ ਕਿ ਜਿਹੜਾ ਲੇਟੈਸਟ ਵਰਜ਼ਨ ਹੈ ਉਹ ਕਿਹੜਾ ਹੈਗਾ, ਤਾਂ ਸੋਲ 3.0। ਤਾਂ ਜਾਵਾ ਲੈਂਗੁਏਜ ਦੇ ਵਿੱਚ ਲਿਖਿਆ। ਇਹ ਆਪਰੇਟਿੰਗ ਸਿਸਟਮ ਕਿਹੜਿਆਂ ਤੇ ਚੱਲਦਾ ਹੈ, ਵਿੰਡੋ ਤੇ ਚੱਲਦਾ ਹੈ ਤੇ ਐਂਡਰੋਇਡ ਦਾ OPEC ਮਿਲ ਜਾਂਦਾ ਆਪਾਂ ਨੂੰ। ਠੀਕ ਹੈ, ਕਿ ਇੰਟਰਫੇਸ ਮਿਲ ਜਾਂਦਾ। ਠੀਕ ਹੈ, ਤੇ ਡੇਟਾਬੇਸ ਇਹਦੇ ਵਿੱਚ MS SQL ਤੇ MySQL ਯੂਜ਼ ਹੁੰਦੇ ਨੇ। ਇਹਦੇ ਵਿੱਚ ਜਿਵੇਂ ਕੋਹਾ ਦੇ ਵਿੱਚ ਆਪਾਂ ਨੂੰ ਦੱਸਿਆ ਸੀਗਾ ਵੀ ਉਹਦੇ 'ਚ 26 ਲੈਂਗੁਏਜ ਦੇ ਵਿੱਚ ਅਵੇਲੇਬਲ ਹੈ। ਇਹਦੇ ਵਿੱਚ ਐਸ ਸੱਚ ਮੈਨੂੰ ਕੋਈ ਇਨਫੋਰਮੇਸ਼ਨ ਮਿਲੀ ਨਹੀਂ ਵੀ ਕਿੰਨੀਆਂ ਲੈਂਗੁਏਜ ਦੇ ਵਿੱਚ ਅਵੇਲੇਬਲ ਹੈ। ਇੱਥੇ ਇਹਨੇ ਲਿਖਿਆ ਸੀਗਾ ਮਲਟੀ ਲੈਂਗੁਏਜ ਸਪੋਰਟ ਫॉर ਇੰਡੀਅਨ ਐਂਡ ਫੋਰਨ ਲੈਂਗੁਏਜਸ। ਜੇਕਰ ਤੁਹਾਨੂੰ ਪਤਾ ਹੈ ਵੀ ਕਿੰਨੀਆਂ ਲੈਂਗੁਏਜ ਦੇ ਵਿੱਚ ਅਵੇਲੇਬਲ ਹੈ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਠੀਕ ਹੈ, ਮੈਨੂੰ ਇੰਨੀ ਕੁ ਇਨਫੋਰਮੇਸ਼ਨ ਇਹਦੇ ਬਾਰੇ ਸਫੀਸ਼ੀਐਂਟ ਲੱਗੀ, ਕਿਉਂਕਿ ਪੇਪਰ ਹੈ ਜਿਹੜਾ ਜ਼ਿਆਦਾ ਡੀਪ ਦੇ ਵਿੱਚ ਤਾਂ ਨਹੀਂ ਪੁੱਛੀਆਂ ਜਾਂਦੀਆਂ ਚੀਜ਼ਾਂ। ਪਰ ਫਿਰ ਵੀ ਤੁਹਾਨੂੰ ਕੋਈ ਲੱਗਦੀ ਹੈ ਚੀਜ਼ ਵੀ ਆਹ ਐਡ ਹੋਣੀ ਚਾਹੀਦੀ ਹੈ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਤਾਂ ਬਾਕੀ ਦੇ ਸਟੂਡੈਂਟ ਨੂੰ ਵੀ ਪਤਾ ਲੱਗ ਜੂ। ਸਟੈਂਡਰਡ ਕਿਹੜੇ ਕਿਹੜੇ ਫੋਲੋ ਕਰਦਾ ਹੈ, ਮਾਰਸ 21, AACR2 ਤੇ ਮਾਰਸ XML। ਇਹ ਆਪਾਂ ਲਾਸਟ ਵੀਡੀਓ 'ਚ ਕੀਤਾ ਹੋਇਆ ਮਾਰਸ ਕੀ ਹੁੰਦਾ ਹੈ ਨਾ। ਸੋ ਪਹਿਲਾ ਵਰਜਨ ਸੀ ਜਿਹੜਾ, ਫਸਟ ਵਰਜਨ 2000 ਦੇ ਵਿੱਚ ਆਇਆ ਸੀ। ਸੈਕੰਡ ਵਰਜਨ ਜਾਂ 2.0 ਇਹ ਸੀਗਾ 2009 ਦੇ ਵਿੱਚ, ਤੇ ਲੇਟੈਸਟ ਵਰਜਨ ਹੈਗਾ 3.0 ਫੈਬਰਰੀ 2021 ਚ ਲਾਂਚ ਹੋਇਆ। ਠੀਕ ਹੈ, ਤੇ ਜੇ ਆਪਾਂ ਮੋਡਿਊਲਸ ਦੀ ਗੱਲ ਕਰੀਏ ਤਾਂ 6 ਮੋਡਿਊਲਸ ਨੇ, ਇਹਦੇ ਨਾਮ ਯਾਦ ਰੱਖਣੇ ਨੇ, ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਛੇਵਾਂ। ਐਕੁਇਜੀਸ਼ਨ, ਕੈਟਾਲੌਗਿੰਗ, ਸਰਕੂਲੇਸ਼ਨ, ਸੀਰੀਅਲ ਕੰਟਰੋਲ, OPEC ਤੇ ਐਡਮਿਨਿਸਟ੍ਰੇਸ਼ਨ। ਠੀਕ ਹੈ, ਇਹ ਸਾਰੇ 6 ਮੋਡਿਊਲ ਨੇ। ਤਾਂ ਇਹ ਉਹਦਾ ਇੰਟਰਫੇਸ ਹੈ ਜਦੋਂ ਆਪਾਂ ਇੰਸਟਾਲ ਕਰਦੇ ਹਾਂ 3.0। ਤੇ ਫਿਰ ਆਪਾਂ ਗੱਲ ਕਰਦੇ ਹਾਂ ਲਿਬਸਿਸ ਦੀ। ਲਿਬਸਿਸ ਹੈ ਜਿਹੜਾ ਇਨੀਸ਼ੀਅਲੀ 1988 ਚ ਰਿਲੀਜ਼ ਹੋਇਆ ਬਾਏ ਲਿਬਸਿਸ ਲਿਮਟਿਡ, ਗੁੜਗਾਉਂ ਬੇਸਡ ਜਾਂ ਨਿਊ ਦਿੱਲੀ ਬੇਸਡ ਕੋਈ ਕੰਪਨੀ ਹੈ, ਇਹ ਇੰਡੀਅਨ ਕੰਪਨੀ ਹੈ। ਤੇ ਲਾਇਸੈਂਸ ਇਹ ਵੀ ਕਲੋਜ਼ ਸੋਰਸ ਹੈ, ਜਿਵੇਂ ਕੋਹਾ ਓਪਨ ਸੋਰਸ ਹੈ, ਸੋਲ ਤੇ ਲਿਬਸਿਸ ਵੀ ਨੇ ਪ੍ਰੋਪਰਾਈਟਰੀ ਆ। ਗਲਤ ਲਿਖਿਆ ਹੋਇਆ, ਪ੍ਰੋਸਪੈਰਿਟਰੀ ਨਹੀਂ ਹੈਗਾ, ਪ੍ਰੋਪਰਾਈਟਰੀ ਹੈ। ਆਪਾਂ ਉਹਦੇ 'ਚ ਚੈੱਕ ਕਰੀਏ, ਉੱਥੇ ਵੀ ਸਪੈਲਿੰਗ ਗਲਤ ਹੈ ਪਿਛਲੇ ਦੇ ਵਿੱਚ, ਇੱਥੇ ਠੀਕ ਨੇ, ਪ੍ਰੋਪਰਾਈਟਰੀ ਬਿਲਕੁਲ ਠੀਕ ਨੇ, ਬਟ ਲਿਬਸਿਸ ਦੇ ਵਿੱਚ ਇਹ ਸਪੈਲਿੰਗ ਮਿਸਟੇਕ ਹੈ। ਪ੍ਰੋਸਪੈਰਿਟਰੀ ਨਹੀਂ ਹੈਗਾ, ਪ੍ਰੋਪਰਾਈਟਰੀ ਹੈ, ਯਾਨੀ ਕਿ ਕਲੋਜ਼ ਸੋਰਸ ਹੈ। ਤੇ ਲੇਟੈਸਟ ਵਰਜ਼ਨ ਇਹਦਾ ਹੈਗਾ ਲਿਬਸਿਸ 10, 2017 ਚ ਲਾਂਚ ਹੋਇਆ ਇਹ। ਤੇ ਲਿਖਿਆ ਗਿਆ ਹੈ C ਤੇ ਜਾਵਾ ਲੈਂਗੁਏਜ ਦੇ ਵਿੱਚ। ਆਪਰੇਟਿੰਗ ਸਿਸਟਮ ਲਾਈਨਕਸ ਤੇ ਵਿੰਡੋ ਤੇ ਚੱਲਦਾ। ਡੇਟਾਬੇਸ RDBMS ਚੱਲਦਾ, ਰਿਲੇਸ਼ਨਲ ਡੇਟਾਬੇਸ ਮੈਨੇਜਮੈਂਟ ਸਿਸਟਮ ਜਾਂ MySQL, SQL ਹੁੰਦਾ ਸਟਰਕਚਰਲ ਕੁਐਰੀ ਲੈਂਗੁਏਜ। ਤੇ ਸਟੈਂਡਰਡ ਇਹਦੇ ਵਿੱਚ ਮਾਰਸ 21, Z49.50 ਇਹ ਪ੍ਰੋਟੋਕਾਲ ਆਪਾਂ ਪੜ੍ਹੀਆਂ ਸੀ ਕੋਹਾ ਦੇ ਵਿੱਚ, ਹੈ ਨਾ। ਤੇ SRU ਤੇ SRW। ਠੀਕ ਹੈ, ਤੇ ਜੇ ਆਪਾਂ
ਗੱਲ ਕਰੀਏ ਮੋਡਿਊਲਸ ਦੀ ਜਾਂ ਫੰਕਸ਼ਨ ਦੀ, ਤਾਂ 4 ਮੋਡਿਊਲ ਨੇ। ਆ ਦੇਖੋ, ਇਹ ਵੈਬਸਾਈਟ ਹੈ ਮੇਨ ਇਹਨਾਂ ਦੀ, ਐਕੁਇਜੀਸ਼ਨ, ਕੈਟਾਲੋਗਿੰਗ, ਸਰਕੂਲੇਸ਼ਨ ਤੇ ਸੀਰੀਅਲਸ। ਇਹ ਤੁਸੀਂ ਪੜ੍ਹ ਸਕਦੇ ਹੋ, ਸਕਰੀਨਸ਼ਾਟ ਲੈ ਸਕਦੇ ਹੋ, ਤੁਹਾਡੇ ਕੰਮ ਦੀਆਂ ਤੁਸੀਂ ਚੀਜ਼ਾਂ ਪੜ੍ਹੀਆਂ ਹੋਣਗੀਆਂ ਸਾਰੀਆਂ। ਬਟ ਆਪਾਂ ਨੂੰ ਇਹੀ ਪੁੱਛੂਗਾ ਵੀ ਲਿਬਸਿਸ 'ਚ ਕਿੰਨੇ ਮੋਡਿਊਲ ਨੇ। ਸੋਲ ਦੇ ਵਿੱਚ 6 ਨੇ, ਲਿਬਸਿਸ ਦੇ ਵਿੱਚ 4 ਨੇ। ILMS ਪਿਛਲੀ ਵਾਰੀ ਕੀਤਾ ਸੀ ਆਪਾਂ, ਇੰਟੀਗ੍ਰੇਟਡ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ, ਤੇ OPAC ਆਨਲਾਈਨ ਪਬਲਿਕ ਐਕਸੈਸ ਕੈਟਾਲੋਗਿੰਗ। ਠੀਕ ਆ, ਸੋ ਆਪਾਂ ਕੁਐਸਚਨ ਦੇਖ ਲਈਏ। ਹਾਊ ਮੈਨੀ ਮੋਡਿਊਲਸ ਕੰਸਿਸਟ ਆਫ ਸੋਲ ਸੌਫਟਵੇਅਰ। ਸੋਲ 'ਚ ਆਪਾਂ ਨੂੰ ਪਤਾ ਹੀ ਕਿੰਨੇ ਮੋਡਿਊਲ ਨੇ, 6 ਨੇ। ਲਿਬਸਿਸ ਦੇ ਵਿੱਚ ਕਿੰਨੇ ਨੇ, 4 ਨੇ। ਸੋਲ ਸੌਫਟਵੇਅਰ ਇਜ਼ ਡਿਵੈਲਪਡ ਬਾਈ, ਕਿਹਨੇ ਡਿਵੈਲਪ ਕੀਤਾ, ਇਨਫਲਿਬਨੈਟ ਨੇ, ਹਨਾ। ਤੇ ਸੋਲ 1.0 ਹੈ ਜਿਹੜਾ ਕਦੋਂ ਆਇਆ ਸੀ, 2000 ਦੇ ਵਿੱਚ ਆਇਆ ਸੀ। ਬੜਾ ਸੌਖਾ ਹੈ। ਕਿੰਨੇ ਮੋਡਿਊਲ ਨੇ ਲਿਬਸਿਸ ਦੇ ਵਿੱਚ, 4 ਮੋਡਿਊਲ ਨੇ। ਤੇ ਲੇਟੈਸਟ ਵਰਜ਼ਨ ਲਿਬਸਿਸ ਦਾ ਕਿਹੜਾ ਹੈਗਾ, ਲਿਬਸਿਸ 10 ਹੈ। ਠੀਕ ਆ, ਲਿਬਸਿਸ 10 ਹੈ, ਸੋਲ ਦਾ ਤੀਸਰਾ ਵਰਜ਼ਨ ਹੈ, ਇਹ ਯਾਦ ਰੱਖਣਾ ਹੈ। ਠੀਕ ਹੈ, ਤੇ ਕੋਹਾ ਦਾ ਆਪਾਂ ਕੀਤਾ ਸੀ, ਉਹ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਯਾਦ ਹੈ ਵੀ ਕੋਹਾ ਦਾ ਲੇਟੈਸਟ ਵਰਜ਼ਨ ਕਿਹੜਾ। ਮੈਨੂੰ ਕਾਫੀ ਸਟੂਡੈਂਟ ਦੇ ਮੈਸੇਜ ਵੀ ਆਏ ਸੀ ਵੀ ਕੋਹਾ ਦਾ ਜਿਹੜਾ ਅਸੀਂ 21 ਸ਼ਾਇਦ 11 ਕੀਤਾ ਹੋਇਆ ਸੀ, ਤਾਂ ਉਹਦਾ ਤੁਸੀਂ ਦੱਸਿਓ ਵੀ ਕਿਹੜਾ ਸਹੀ ਹੈ, ਕਰੈਕਟ। ਅਪਡੇਟ ਕਰ ਲਿਆ ਕਰੋ, ਕਿਉਂਕਿ ਇਹ ਚੀਜ਼ਾਂ ਮਹੀਨੇ ਦੀ, ਕੋਹਾ ਜਿਹੜਾ ਹੈਗਾ ਨਾ ਓਪਨ ਸੋਰਸ ਸੌਫਟਵੇਅਰ ਹੈ, ਤਾਂ ਉਹ ਹਰ ਮਹੀਨੇ ਦਿਨਾਂ ਦੇ ਵਿੱਚ ਅਪਡੇਟ ਹੁੰਦਾ। ਉਹਦਾ ਕੋਈ ਇਹ ਨਹੀਂ ਹੈ ਵੀ ਸਾਲ ਬਾਅਦ ਜਾਂ 6 ਮਹੀਨਿਆਂ ਬਾਅਦ ਅਪਡੇਟ ਕਰਦੇ ਆ। ਜਿਹੜੀਆਂ ਚੀਜ਼ਾਂ ਓਪਨ ਸੋਰਸ ਹੁੰਦੀਆਂ ਨੇ ਉਹਨੂੰ ਕਮਿਊਨਿਟੀ ਡਿਵੈਲਪ ਕਰਦੀ ਹੈ। ਜਿਵੇਂ ਆਪਣਾ ਐਂਡਰੋਇਡ ਇੱਕ ਆਪਰੇਟਿੰਗ ਸਿਸਟਮ ਓਪਨ ਸੋਰਸ ਹੈ, ਤਾਂ ਉਹਦਾ ਅਪਡੇਟ ਬਹੁਤ ਆਉਂਦੇ ਨੇ। ਡੇਲੀ ਬੇਸਿਸ ਤੇ ਵੀ ਅਪਡੇਟ ਆਉਂਦੇ ਨੇ, ਵੀਕਲੀ ਵੀ ਅਪਡੇਟ ਆਉਂਦੇ ਨੇ, ਮੰਥਲੀ ਵੀ ਅਪਡੇਟ ਆਉਂਦੇ ਨੇ। ਓਪਨ ਸੋਰਸ ਦਾ ਮਤਲਬ ਸਾਰਿਆਂ ਦੇ ਕੋਲੇ ਕੋਡ ਅਵੇਲੇਬਲ ਆ। ਸਾਰੀ ਦੁਨੀਆ 'ਚੋਂ ਬੈਠੇ ਕੋਡਿੰਗ ਵਾਲੇ ਬੰਦੇ ਨੇ ਜਿਹੜੇ ਕੋਡਿੰਗ ਕਰਕੇ ਕੁਝ ਨਵਾਂ ਦੇ ਰਹੇ ਨੇ, ਸਬਮਿਟ ਕਰਦੇ ਨੇ। ਤੇ ਜੇ ਉਹਨਾਂ ਨੂੰ, ਜਿਵੇਂ ਗੂਗਲ ਉਹਨੂੰ ਹੈਂਡਲ ਕਰਦਾ ਐਂਡਰੋਇਡ ਨੂੰ, ਜੇ ਉਹਨਾਂ ਨੂੰ ਠੀਕ ਲੱਗਦਾ ਤਾਂ ਉਹ ਅਪਡੇਟ ਦੇ ਦਿੰਦੇ ਨੇ। ਪਹਿਲਾਂ ਥੋੜੇ ਅਪਡੇਟ ਦੇ ਜਾਂਦੇ ਨੇ, ਜਦੋਂ ਬਾਵਾ ਵੱਡੇ ਅਪਡੇਟ ਹੋ ਜਾਂਦੇ ਨੇ ਫਿਰ ਉਹ ਚੇਂਜ ਕਰ ਦਿੰਦੇ ਨੇ। ਜਿਵੇਂ ਕੋਈ ਸੌਫਟਵੇਅਰ ਹੁੰਦਾ ਹੈ, ਜਿਵੇਂ ਐਂਡਰੋਇਡ ਦਾ ਸ਼ਾਇਦ 12 ਚੱਲਦਾ ਹੈ, ਤੁਸੀਂ ਮੈਨੂੰ ਐਂਡਰੋਇਡ ਦਾ ਵੀ ਦੱਸਿਓ ਲੇਟੈਸਟ ਕਿਹੜਾ ਹੈ। ਜਿਵੇਂ ਆਪਾਂ ਕਹਿ ਦਈਏ 12.0.5.4, ਤਾਂ ਪਹਿਲਾਂ ਤਾਂ ਉਹ ਇੱਥੇ ਚੇਂਜ ਕਰੀ ਜਾਂਦੇ ਨੇ 12.0.5.5.6.7 ਐਂ ਕਰਕੇ 0.10 ਆ ਜਾਊਗਾ, ਹੈ ਨਾ। ਫਿਰ ਇੱਥੇ 2 ਕਰਦੇ, ਫਿਰ ਇੱਥੇ ਚੇਂਜ ਕਰਨ ਲੱਗ ਜਾਂਦੇ ਨੇ। ਜਦੋਂ ਇਹ ਸਾਰੇ ਮੁੱਕ ਜਾਂਦੇ ਨੇ ਫਿਰ ਇੱਧਰ ਚੇਂਜ ਕਰਨ ਲੱਗ ਜਾਂਦੇ ਨੇ। ਠੀਕ ਹੈ, ਸੋ ਇਸ ਤਰ੍ਹਾਂ ਕਰਕੇ ਅਪਡੇਸ਼ਨ ਹੁੰਦੀ ਹੈ ਸੌਫਟਵੇਅਰ ਦੇ ਵਿੱਚ। ਲਿਬਸਿਸ ਇਨੀਸ਼ੀਅਲੀ ਕਦੋਂ ਰਿਲੀਜ਼ ਹੋਇਆ ਸੀ, 1988 ਦੇ ਵਿੱਚ। ਤੇ ਹੁਣ ਆਪਾਂ ਗੱਲ ਕਰਦੇ ਹਾਂ RFID ਦੀ। RFID ਕੀ ਹੁੰਦਾ, ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ। ਜਿਵੇਂ ਕਿਸੇ ਵੀ ਪ੍ਰੋਡਕਟ ਦੀ ਆਇਡੈਂਟੀਫਿਕੇਸ਼ਨ ਕਰਨੀ ਹੈ ਤਾਂ ਅਸੀਂ ਕਿਵੇਂ ਕਰ ਸਕਦੇ ਹਾਂ। ਪੁਰਾਣੇ ਸਮੇਂ 'ਚ ਆਪਾਂ ਕਿਵੇਂ ਕਰਦੇ ਸੀ, ਕੈਟਾਲੋਗਿੰਗ ਕਰਦੇ ਸੀ ਕਿਤਾਬਾਂ ਦੀ। ਜੇ ਆਪਾਂ ਲਾਇਬ੍ਰੇਰੀ ਦੀ ਗੱਲ ਕਰੀਏ, ਕਾਰਡ ਬੇਸ ਕੈਟਾਲੋਗਿੰਗ ਆਪਾਂ ਪਿਛਲੀ ਵੀਡੀਓ 'ਚ ਗੱਲਬਾਤ ਕਰ ਚੁੱਕੇ ਹਾਂ, ਹਨਾ। ਤੇ ਆਨਲਾਈਨ ਤਾਂ ਕੋਈ ਐਸਾ ਸਿਸਟਮ ਹੀ ਨਹੀਂ ਸੀ, ਕਿਉਂਕਿ ਇੰਟਰਨੈਟ ਤਾਂ 1992-95 ਦੇ ਵਿੱਚ ਆਈਆਂ ਚੀਜ਼ਾਂ। ਫਿਰ ਇੰਟਰਨੈਟ ਦਾ ਯੂਜ਼ ਕਰਕੇ ਹੀ ਬਹੁਤ ਸਾਰੀਆਂ ਚੀਜ਼ਾਂ ਡਿਵੈਲਪ ਹੋਈਆਂ। ਜਿਵੇਂ RFID ਇੱਕ ਆਇਡੈਂਟੀਫਿਕੇਸ਼ਨ ਟੈਕਨੀਕ ਹੈ, ਉਵੇਂ ਹੀ ਬਾਰਕੋਡ, ਇਹਨੂੰ ਆਪਾਂ ਬਾਰਕੋਡ ਬੋਲਦੇ ਹਾਂ, ਬਾਰਕੋਡ। ਤੇ ਇਹ ਹੁੰਦਾ QR ਕੋਡ। ਬਾਰਕੋਡ ਹੁੰਦਾ, ਇਹਦੇ ਵਿੱਚ ਯੂਨੀਕ ਲਾਈਨ ਹੁੰਦੀਆਂ ਨੇ। ਇਹ ਲਾਈਨਾਂ ਯੂਨੀਕਲੀ ਆਇਡੈਂਟੀਫਾਈ ਕਰਦੀਆਂ ਨੇ। ਇੱਕ ਸੌਫਟਵੇਅਰ ਨਹੀਂ, ਹਾਰਡਵੇਅਰ ਹੁੰਦਾ ਬਾਰਕੋਡ ਰੀਡਰ, ਜਿਹੜਾ ਇਹਨਾਂ ਨੂੰ ਰੀਡ ਕਰਦਾ ਲਾਈਨਾਂ ਨੂੰ। ਤੇ ਉਹ ਬਾਰਕੋਡ ਦੇ ਵਿੱਚ ਲੇਜ਼ਰ ਲਾਈਟ ਹੁੰਦੀ ਆ। ਕਈ ਵਾਰੀ ਕੰਪਿਊਟਰ 'ਚ ਕੁਐਸਚਨ ਪੁੱਛ ਲੈਂਦਾ, ਕਹਿੰਦਾ ਬਾਰਕੋਡ ਰੀਡਰ ਦੇ ਵਿੱਚ ਕਿਹੜੀ ਲਾਈਟ ਵਰਤੀ ਜਾਂਦੀ, ਲੇਜ਼ਰ ਬੀਮ ਆਫ ਲਾਈਟ। ਤਾਂ ਆਹ ਜਿਹੜੀਆਂ ਲਾਈਨਾਂ ਨੇ ਕੀ ਦੱਸਦੀਆਂ ਨੇ, ਕਿਸੇ ਵੀ ਪ੍ਰੋਡਕਟ ਦੀ ਯੂਨੀਕ ਆਇਡੈਂਟੀਫਿਕੇਸ਼ਨ ਕਰਦੀਆਂ ਨੇ। ਠੀਕ ਆ, RFID ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ। ਤੇ QR ਹੁੰਦਾ ਕੁਇਕ ਰਿਸਪੌਂਸ ਕੋਡ। QR ਕੋਡ ਹੁੰਦਾ ਕੁਇਕ ਰਿਸਪੌਂਸ ਕੋਡ। ਆਪਾਂ ਕਿਸੇ ਦੁਕਾਨ ਤੇ ਜਾ ਕੇ ਮੋਸਟਲੀ ਅਸੀਂ ਗਲਤ ਬੋਲਦੇ ਹਾਂ, ਜੇ ਸਾਨੂੰ ਉਹ ਕਿਤੇ QR ਕੋਡ ਨਾ ਦਿਖੇ, ਅਸੀਂ ਪਤਾ ਕੀ ਕਹਿ ਦਿੰਦੇ ਹਾਂ ਵੀ ਵੀਰੇ ਸਕੈਨਰ ਕਿੱਥੇ ਆ। ਤੁਸੀਂ ਵੀ ਨੋਟ ਕਰਿਓ ਕਦੇ ਜਾ ਕੇ, ਆਪਾਂ ਬੋਲਦੇ ਹਾਂ ਸਕੈਨਰ ਕਿੱਥੇ ਆ। ਸਕੈਨਰ ਆਪਣਾ ਫੋਨ ਹੁੰਦਾ ਜਿਹੜਾ ਸਕੈਨ ਕਰਦਾ, ਉਹ ਕੀ ਹੁੰਦਾ, ਸਕੈਨਰ। ਤੇ ਜਿਹੜਾ ਇਹ ਹੁੰਦਾ ਇਹ QR ਕੋਡ ਹੁੰਦਾ। ਤਾਂ ਆਪਾਂ ਹੁਣ ਗਲਤੀ ਨਹੀਂ ਕਰਨੀ ਅੱਗੇ ਤੋਂ, ਲਾਇਬ੍ਰੇਰੀ ਵਾਲਿਓ। ਠੀਕ ਹੈ, ਤੁਸੀਂ ਕਹਿਣਾ ਵੀ QR ਕੋਡ ਕਿੱਥੇ ਆ, QR ਕੋਡ ਦੇ ਦਿਓ ਸਾਨੂੰ, ਸਕੈਨਰ ਨਹੀਂ ਕਹਿਣਾ। ਠੀਕ ਹੈ, ਚਲੋ ਕਹਿ ਵੀ ਦਿਓਗੇ, ਫਿਰ ਕਿਹੜਾ ਕੋਈ ਬੰਬ ਚਲਾ ਦੂਗਾ। ਪਰ ਐਜੂਕੇਸ਼ਨ ਹੈ, ਥੋੜਾ ਬਹੁਤ ਪਤਾ ਹੀ ਲੱਗਦਾ ਹੁੰਦਾ। ਮੈਂ ਵੀ ਗਲਤ ਬੋਲਦਾ ਰਿਹਾ ਹੁਣ ਤੱਕ। ਜਦੋਂ ਪਤਾ ਲੱਗਿਆ ਉਦੋਂ ਬਾਅਦ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਸਹੀ ਬੋਲੀਏ। ਠੀਕ ਹੈ, ਪਰ ਹੋਰ ਵੀ ਦੱਸਦੇ ਹਾਂ 2-4 ਜਣਿਆਂ ਨੂੰ ਪਤਾ ਲੱਗਦਾ ਐਵੇਂ ਚੀਜ਼ਾਂ, ਹਨਾ। ਜਿਵੇਂ ਹੁਣ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਬਹੁਤ ਸਾਰੇ ਸ਼ਬਦ ਦੱਸਾਂ, ਜਿਵੇਂ ਸ਼ਾਇਦ ਤੁਹਾਡੇ ਚੋਂ ਕਿਸੇ ਨੇ ਟਰੈਕਟਰ ਬਾਰੇ ਸੁਣਿਆ ਹੋਵੇ। ਟਰੈਕਟਰ ਦੇ ਸਾਈਡਾਂ ਤੇ ਕੀ ਹੁੰਦਾ, ਆਪਾਂ ਕਹਿੰਦੇ ਨੇ ਮਰਗਾਟ। ਮੋਸਟਲੀ ਜਿਹੜੇ ਬੰਦੇ ਖੇਤੀ ਕਰਦੇ ਨੇ ਉਹਨਾਂ ਨੂੰ ਪਤਾ ਹੋਊਗਾ ਵੀ ਯਾਰ ਆਹ ਸਮਾਨ ਤਾਂ ਮਰਗਾਟ ਤੇ ਪਿਆ। ਅਸਲ ਦੇ ਵਿੱਚ ਉਹ ਮਰਗਾਟ ਨਹੀਂ ਹੁੰਦਾ, ਉਹ ਹੁੰਦਾ ਮੱਡ ਗਾਰਡ। ਮੱਡ ਹੁੰਦਾ ਚਿੱਕੜ, ਗਾਰਡ ਹੁੰਦਾ ਜਿਹੜੀ ਰੱਖਿਆ ਕਰਨ ਵਾਲਾ, ਚਿੱਕੜ ਤੋਂ ਰੱਖਿਆ ਕਰਨ ਵਾਲਾ। ਸਾਈਕਲ ਤੇ ਸਕੂਟਰ ਤੇ ਜਿਹੜਾ ਉਹ ਲੱਗਿਆ ਹੁੰਦਾ ਮੱਡ ਗਾਰਡ ਹੁੰਦਾ, ਉਹ ਆਪਾਂ ਕਹਿੰਦੇ ਹਾਂ ਮਰਗਾਟ।
ਹੈ ਨਾ। ਸੋ ਇਹੀ ਚੀਜ਼ਾਂ ਚੱਲਦੀਆਂ ਨੇ, ਬਹੁਤ ਸਾਰੇ ਸ਼ਬਦ ਨੇ ਸਾਡੇ ਪੰਜਾਬੀ ਵਿੱਚ ਜਿਹੜੇ ਇੰਗਲਿਸ਼ ਦੱਬੀ ਨੇ, ਸਾਨੂੰ ਵੀ ਪਤਾ ਨਹੀਂ ਲੱਗਦਾ। ਤਾਂ ਆਪਾਂ RFID ਤੇ ਆਉਂਦੇ ਹਾਂ। RFID ਦੇ ਵਿੱਚ ਇੱਕ ਰੀਡਰ ਹੁੰਦਾ ਹੈ ਜਿਹੜਾ ਕਿ ਰੇਡੀਓ ਵੇਵਜ਼ ਨੂੰ ਐਮਿਟ ਕਰਦਾ, ਰੇਡੀਓ ਵੇਵਜ਼ ਬਾਹਰ ਨਿਕਲਦੀਆਂ ਨੇ। ਤੇ ਇੱਕ ਜਿਹੜਾ ਆਬਜੈਕਟ ਹੁੰਦਾ, ਕੋਈ ਵੀ ਚੀਜ਼ ਹੋ ਸਕਦੀ ਹੈ, ਚਾਹੇ ਆਪਾਂ ਲਾਇਬ੍ਰੇਰੀ ਪੜ੍ਹ ਰਹੇ ਹਾਂ ਤਾਂ ਆਪਾਂ ਕਿਤਾਬ ਕਵਾਂਗੇ, ਤਾਂ ਬੁੱਕ ਇਹ ਆਬਜੈਕਟ ਹੈ। ਤਾਂ ਇਹਦੇ ਆਪਾਂ RFID ਟੈਗ ਲੱਗਿਆ ਹੁੰਦਾ, ਤਾਂ ਉਹ ਟੈਗ ਨੂੰ ਰੀਡਰ ਇਹਦੇ ਤੇ ਜਿਹਨੂੰ ਰੇਡੀਓ ਵੇਵ ਮਾਰਦਾ, ਇਹ ਟੈਗ ਦੇ ਵਿੱਚ ਇਨਫੋਰਮੇਸ਼ਨ ਸਟੋਰ ਪਈ ਹੁੰਦੀ ਹੈ ਕਾਫੀ, ਤਾਂ ਉਹ ਰੀਡਰ ਰੀਡ ਕਰ ਲੈਂਦਾ। ਇੱਧਰ ਵੇਵ ਵੱਜਦੀਆਂ ਨੇ ਤਾਂ ਇਹ ਐਮਿਟ ਕਰ ਦਿੰਦਾ ਵਾਪਸ, ਇਹਨੂੰ ਰੀਡਰ ਕੋਲੇ ਚਲੀ ਜਾਂਦੀ ਹੈ। ਤੁਸੀਂ ਬੁੱਕ ਇਸ਼ੂ ਕਰਨੀ ਹੈ, ਕੋਈ ਮੈਨੇਜਮੈਂਟ ਕਰਨੀ ਹੈ, ਉਹਦੇ ਹਿਸਾਬ ਨਾਲ ਚੀਜ਼ਾਂ ਕਰ ਸਕਦੇ ਹੋ। ਮੋਸਟਲੀ ਲਾਇਬ੍ਰੇਰੀ ਦੇ ਵਿੱਚ ਇਹੀ ਸਿਸਟਮ ਚੱਲਦਾ। ਸੋ RFID ਕੀ ਹੈ? ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ। ਤੇ ਇਹ 1983 ਦੇ ਵਿੱਚ ਪਹਿਲੀ ਵਾਰੀ ਪੇਟੈਂਟ ਕਰਾਈ। ਇਹ ਮੋਸਟਲੀ ਬਣ ਤਾਂ ਬਹੁਤ ਸਮੇਂ ਤੋਂ ਰਹੀ ਹੁੰਦੀ ਹੈ, ਪਰ ਜਦੋਂ ਕੋਈ ਬੰਦਾ ਪੇਟੈਂਟ ਕਰਾਉਂਦਾ ਉਦੋਂ ਹੀ ਮੰਨਿਆ ਜਾਂਦਾ। ਤਾਂ ਚਾਰਲਸ ਵਾਲਟਨ ਨਾਮ ਦਾ ਬੰਦਾ ਸੀ ਜਿਹਨੇ RFID ਪੇਟੈਂਟ ਕਰਾਈ 1983 ਚ। ਕੁਐਸਚਨ ਬਣ ਸਕਦਾ ਹੂ ਇਜ਼ ਦੀ ਫਾਦਰ ਆਫ RFID? ਚਾਰਲਸ ਵਾਲਟਨ। ਇਹਨੇ ਕਦੋਂ ਸਟਾਰਟ ਕੀਤਾ? 1983 ਦੇ ਵਿੱਚ, ਠੀਕ ਹੈ। ਤੇ ਟੈਕਨੋਲੋਜੀ ਹੈ ਜਿਹੜੀ ਕਹਿੰਦਾ ਰੇਡੀਓ ਫ੍ਰੀਕੁਐਂਸੀ ਤੇ ਕੰਮ ਕਰਦੀ ਹੈ। ਨਾਮ ਦੇ ਵਿੱਚ ਹੀ ਕਲੀਅਰ ਹੈ ਨਾ, ਰੇਡੀਓ ਫ੍ਰੀਕੁਐਂਸੀ। ਤਾਂ ਇੱਥੇ ਮਾਈਕ੍ਰੋਵੇਵ ਜਾਂ ਕੋਈ ਹੋਰ ਵੇਵ ਨਹੀਂ ਲਾ ਦੇਣੀ, ਆਪਾਂ ਨਾਮ ਚੋਂ ਹੀ ਲਿਖਣਾ ਹੈ, ਠੀਕ ਹੈ। ਇਹ ਆਟੋਮੈਟਿਕ ਆਇਡੈਂਟੀਫਿਕੇਸ਼ਨ ਕਰਦੀ ਹੈ ਡਿਫਰੈਂਟ ਆਬਜੈਕਟਸ ਦੀ। ਮੈਂ ਬਾਹਲਾ ਡਿਟੇਲ 'ਚ ਨਹੀਂ ਜਾਊਂਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਆਇਡੈਂਟੀਫਿਕੇਸ਼ਨ ਕੀ ਹੈ, ਆਬਜੈਕਟਸ ਕੀ ਹੈ, ਸਾਰੇ ਲਾਇਬ੍ਰੇਰੀ ਵਾਲੇ ਬੰਦੇ ਦੇਖਣਗੇ। ਜੇ ਬਾਕੀਆਂ ਨੇ ਪੇਪਰ, ਬਾਕੀਆਂ ਨੂੰ ਤਾਂ ਇਹ ਟੌਪਿਕ ਹੀ ਹੈ ਨਹੀਂ RFID, ਨਹੀਂ ਤਾਂ ਫਿਰ ਮੈਂ ਦੱਸਣਾ ਸੀ ਵੀ ਆਇਡੈਂਟੀਫਿਕੇਸ਼ਨ ਕਿਵੇਂ ਹੁੰਦੀ ਹੈ, ਕੀ ਹੁੰਦੀਆਂ ਨੇ ਚੀਜ਼ਾਂ, ਤੁਹਾਨੂੰ ਸਾਰਾ ਪਤਾ। ਮੈਂ ਸੋ ਫਾਲਤੂ ਮੈਂ ਸਮਾਂ ਵੇਸਟ ਨਹੀਂ ਕਰਨਾ ਚਾਹੁੰਦਾ। ਪਾਰਟਸ ਆਫ RFID ਦੇ ਦੋ ਪਾਰਟ ਹੁੰਦੇ ਨੇ, RFID ਰੀਡਰ ਤੇ RFID ਟੈਗਸ। ਰੀਡਰ ਨੂੰ ਇੰਟੈਰੋਗੇਟਰ ਵੀ ਬੋਲਿਆ ਜਾਂਦਾ। ਪਹਿਲਾ ਕੁਐਸਚਨ ਇਹੀ ਬਣ ਗਿਆ। RFID ਰੀਡਰ ਆਲਸੋ ਨੋਨ ਐਜ਼ ਇੰਟੈਰੋਗੇਟਰ, ਜਿਹੜਾ ਇੰਟੈਰੋਗੇਸ਼ਨ ਕਰਦਾ ਜਾਂ ਰੀਡ ਕਰਦਾ। ਟੈਗਸ ਆਪਾਂ ਕੱਲਾ ਕੱਲਾ ਦੇਖਦੇ ਹਾਂ। ਰੀਡਰ ਜਾਂ ਇੰਟੈਰੋਗੇਟਰ ਕੀ ਹੁੰਦਾ ਹੈ? ਇਨ ਦਿਸ RFID ਸਿਸਟਮ the RFID reader continuously sends radio waves of a particular frequency। ਕਿਸੇ particular frequency ਤੇ ਇਹ ਰੇਡੀਓ ਵੇਵ ਛੱਡਦਾ, ਠੀਕ ਆ। if the objects on which this RFID tag is attached is within the range of this radio waves then it sends the feedback back to RFID reader। ਜੇਕਰ ਕਹਿੰਦਾ ਆਬਜੈਕਟ ਇਹਦੀ ਰੇਂਜ ਦੇ ਵਿੱਚ ਆਉਂਦਾ ਜਿੱਥੋਂ ਇਹ RFID ਰੀਡਰ ਵੇਵ ਛੱਡ ਰਿਹਾ ਰੇਡੀਓ ਵੇਵ, ਤਾਂ ਉਹ ਉਹਨੂੰ ਬੈਕ ਕੀ ਕਰ ਦਿੰਦਾ? ਫੀਡਬੈਕ ਭੇਜ ਦਿੰਦਾ। ਇਹ ਹੁੰਦਾ ਰੀਡਰ ਦਾ ਕੰਮ। ਫੀਡਬੈਕ ਬੇਸਡ ਔਨ ਦਿਸ ਫੀਡਬੈਕ RFID ਰੀਡਰ ਆਇਡੈਂਟੀਫਾਈ ਦੀ ਆਬਜੈਕਟ। ਇਹਦੇ ਬੇਸਿਸ ਤੇ ਹੀ ਉਹ ਕੀ ਕਰ ਲੈਂਦਾ? ਆਇਡੈਂਟੀਫਾਈ ਕਰ ਲੈਂਦਾ, ਠੀਕ ਆ। ਸੋ RF ਟੈਗ ਤਿੰਨ ਤਰ੍ਹਾਂ ਦੇ ਹੁੰਦੇ ਨੇ ਬੇਸਿਕਲੀ। ਪੈਸਿਵ ਟੈਗਸ। ਪੈਸਿਵ ਟੈਗ ਕਿਹੜੇ ਹੁੰਦੇ ਨੇ? ਦੇਖੋ ਪਹਿਲਾਂ ਤਾਂ ਐਂ ਪੁੱਛ ਸਕਦਾ ਹੈ ਵੀ RFID ਟੈਗ ਕਿਹੜੇ ਤਰ੍ਹਾਂ ਦੇ ਹੁੰਦੇ ਨੇ, ਬੜਾ ਸੌਖਾ ਕੁਐਸਚਨ ਹੈ ਨਾ। ਤਾਂ ਪੈਸਿਵ ਟੈਗ ਦੇ ਵਿੱਚ ਕੀ ਹੁੰਦਾ? ਇਹਦੇ ਕੋਲੇ ਪਾਵਰ ਸਪਲਾਈ ਨਹੀਂ ਹੁੰਦੀ, ਇਹਦੇ ਵਿੱਚ ਕੋਈ ਵੀ ਬੈਟਰੀ ਨਹੀਂ ਹੁੰਦੀ। ਮੋਸਟਲੀ ਕਿਤਾਬਾਂ ਦੇ ਵਿੱਚ ਆਪਾਂ ਪੈਸਿਵ ਟੈਗ ਹੀ ਵਰਤਦੇ ਹਾਂ, ਹੈ ਨਾ। ਪੈਸਿਵ ਟੈਗ ਤੁਸੀਂ ਮੈਨੂੰ ਇਹ ਦੱਸੋ ਵੀ ਬੁੱਕਸ ਦੇ ਵਿੱਚ ਕਿਹੜਾ ਟੈਗ ਵਰਤਦੇ ਹੋ ਤੁਸੀਂ, ਉਹਨੂੰ ਜ਼ਿਆਦਾ ਪਤਾ ਹੈ ਨਾ। ਕਹਿੰਦਾ ਗੈਟ ਦੇਅਰ ਪਾਵਰ ਫਰੋਮ ਇਨਕਮਿੰਗ ਰੇਡੀਓ ਵੇਵਸ ਫਰੋਮ ਦੀ ਰੀਡਰਸ। ਜਿਹੜਾ ਰੀਡਰਸ ਹੈ ਉਹਦੇ ਚੋਂ ਹੀ ਇਹ ਪਾਵਰ ਕੀ ਕਰਦੇ ਨੇ? ਗੈਟ ਕਰਦੇ ਨੇ। ਇਹਦਾ ਆਪਦਾ ਕੋਈ ਪਾਵਰ ਸੋਰਸ ਨਹੀਂ ਹੁੰਦਾ। ਐਕਟਿਵ ਟੈਗਸ ਜਿਹੜੇ ਹੁੰਦੇ ਨੇ ਜਿਨ੍ਹਾਂ ਕੋਲੇ ਪਾਵਰ ਸੋਰਸ ਆਪਦਾ ਹੁੰਦਾ, ਬੈਟਰੀ ਹੁੰਦੀ ਹੈ ਐਕਟਿਵ ਟੈਗ ਕੋਲੇ, ਇਹ ਕਹਿ ਲਓ। ਤੇ ਫॉर ਸੈਂਡਿੰਗ ਦੀ ਰਿਸਪੌਂਸ ਆਫ ਰੀਡਰ ਆਲਸੋ ਇਟ ਯੂਜ਼ देयर ਓਨ ਪਾਵਰ। ਰਿਸਪੌਂਸ ਨੂੰ ਸੈਂਡ ਕਰਨ ਦੇ ਲਈ ਵੀ ਇਹ ਆਪਦਾ ਹੀ ਟੈਗ ਵਰਤਦੇ ਨੇ। ਇੱਕ ਸੈਮੀ ਪੈਸਿਵ ਹੁੰਦਾ ਜਿਹਦੇ ਕੋਲੇ ਇੰਟਰਨਲ ਸਰਕਟ ਵਾਸਤੇ ਤਾਂ ਬੈਟਰੀ ਹੁੰਦੀ ਹੈ, ਬਟ ਰਿਸਪੌਂਸ ਨੂੰ ਸੈਂਡ ਕਰਨ ਵਾਸਤੇ ਇਹ ਰੀਡਰ ਦਾ ਹੀ ਬੈਟਰੀ ਯੂਜ਼ ਕਰਦੇ ਨੇ। ਫॉर ਸੈਂਡਿੰਗ ਦੀ ਰਿਸਪੌਂਸ ਇਜ਼ ਰਿਲਾਈ ਔਨ ਦੀ ਰੇਡੀਓ ਵੇਵਸ ਰਿਸੀਵਡ ਫਰੋਮ ਦੀ ਰੀਡਰ। ਤਾਂ ਪੈਸਿਵ ਦੇ ਵਿੱਚ ਕੋਈ ਬੈਟਰੀ ਨਹੀਂ ਹੁੰਦੀ, ਇਹ ਡਿਪੈਂਡ ਕਰਦੇ ਨੇ ਰੀਡਰ ਤੇ। ਐਕਟਿਵ ਦੇ ਵਿੱਚ ਰੀਡਰ ਤੇ ਡਿਪੈਂਡ ਨਹੀਂ ਕਰਦੇ। ਐਕਟਿਵ ਦੇ ਵਿੱਚ ਆਪਦੀ ਪਾਵਰ ਸੋਰਸ ਹੁੰਦਾ ਹੈ, ਇੰਟਰਨਲ ਸਰਕਟ ਦੇ ਲਈ ਵੀ ਆਪਦੀ ਬੈਟਰੀ ਵਰਤਦਾ ਹੈ ਤੇ ਰਿਸਪੌਂਸ ਭੇਜਣ ਦੇ ਲਈ ਵੀ ਆਪਦੀ ਬੈਟਰੀ ਵਰਤਦਾ, ਹਨਾ। ਤੇ ਸੈਮੀ ਪੈਸਿਵ ਦੇ ਵਿੱਚ ਬੈਟਰੀ ਤਾਂ ਹੁੰਦੀ ਹੈ ਬਟ ਇੰਟਰਨਲ ਸਰਕਟ ਦੇ ਲਈ ਬੈਟਰੀ ਵਰਤਦਾ, ਰਿਸਪੌਂਸ ਭੇਜਣ ਦੇ ਲਈ ਰੀਡਰ ਤੇ ਰਿਲਾਈ ਕਰਦਾ, ਠੀਕ ਹੈ। ਯਾਦ ਰੱਖਣਾ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਤੇ ਆਪਰੇਟਿੰਗ ਫ੍ਰੀਕੁਐਂਸੀ ਤਿੰਨ ਤਰ੍ਹਾਂ ਦੀਆਂ ਫ੍ਰੀਕੁਐਂਸੀ ਤੇ RFID ਕੰਮ ਕਰਦਾ ਹੈ। ਲੋ ਫ੍ਰੀਕੁਐਂਸੀ, ਹਾਈ ਫ੍ਰੀਕੁਐਂਸੀ, ਅਲਟਰਾ ਹਾਈ ਫ੍ਰੀਕੁਐਂਸੀ ਬੈਂਡ, ਠੀਕ ਹੈ। ਤਾਂ ਹਰੇਕ ਕੰਟਰੀ ਟੂ ਕੰਟਰੀ ਵੇਰੀ ਕਰਦਾ, ਕੋਈ ਐਗਜ਼ੈਕਟ ਨਹੀਂ ਹੈ, ਫਿਰ ਵੀ ਆਪਾਂ ਰਫ ਆਈਡੀਆ ਦੇ ਦਾਂਗੇ। ਫ੍ਰੀਕੁਐਂਸੀ ਤੇ ਕੁਐਸਚਨ ਪੁੱਛ ਸਕਦਾ, ਵਟ ਇਜ਼ ਫ੍ਰੀਕੁਐਂਸੀ? ਇਟ ਇਜ਼ ਦੀ ਨੰਬਰ ਆਫ ਕੰਪਲੀਟ ਸਾਈਕਲ ਆਫ ਵੇਵ ਪਾਸਿੰਗ ਪੁਆਇੰਟ ਇਨ ਏ ਯੂਨਿਟ ਟਾਈਮ। ਆਹ ਫ੍ਰੀਕੁਐਂਸੀ ਆ, ਦੇਖ ਲਓ ਇੱਥੋਂ ਸ਼ੁਰੂ ਕਰਿਆ ਇਹਨੇ, ਮੰਨ ਲਓ ਇੱਥੋਂ ਸ਼ੁਰੂ ਕਰਿਆ, ਇੱਥੋਂ ਸ਼ੁਰੂ ਕਰਤਾ, ਇੱਥੋਂ ਲੈ ਕੇ ਇੱਥੋਂ ਤੱਕ ਜਾਣ ਤੱਕ ਇੱਕ ਸਾਈਕਲ ਪੂਰਾ ਹੋ ਗਿਆ। ਆਹ ਪਹਿਲਾ ਸਾਈਕਲ ਹੈ,
ਅੱਧਾ ਜਾਂ ਸਾਈਕਲ ਇੱਧਰ, ਅੱਧਾ ਸਰਕਲ ਇੱਧਰ, ਅੱਧਾ ਇੱਕ ਸਾਈਕਲ ਇੱਥੋਂ ਲੈ ਕੇ ਇੱਥੋਂ ਤੱਕ ਦੂਜਾ ਸਾਈਕਲ, ਪਹਿਲਾ ਸਾਈਕਲ ਦੂਜਾ ਸਾਈਕਲ, ਇੱਥੋਂ ਲੈ ਕੇ ਤੀਜਾ ਸਾਈਕਲ, ਆਹ ਹੋ ਗਿਆ ਚੌਥਾ। ਕਹਿੰਦਾ ਕਿੰਨੇ ਨੰਬਰ ਆਫ ਸਾਈਕਲ ਕੰਪਲੀਟ ਕਰਦਾ ਪਰ ਯੂਨਿਟ ਟਾਈਮ ਦੇ ਵਿੱਚ, ਪਰ ਪੁਆਇੰਟ ਇਨ ਟਾਈਮ ਕਹ ਲਓ ਯੂਨਿਟ। ਮੰਨ ਲਓ ਇਹਨੇ 4 ਸਾਈਕਲ ਪੂਰੇ ਕਰਤੇ, ਟਾਈਮ ਇੱਥੇ ਸੀਗਾ 1 ਸੈਕਿੰਡ ਦਾ, 1 ਸੈਕਿੰਡ, ਤਾਂ ਆਪਾਂ ਕਹਿ ਦਿਆਂਗੇ 4 ਹਰਟਸ ਫ੍ਰੀਕੁਐਂਸੀ ਹੈ। ਫ੍ਰੀਕੁਐਂਸੀ ਦੇ ਯੂਨਿਟਸ ਕੀ ਹੁੰਦੇ ਨੇ? ਹਰਟਸ ਹੁੰਦੇ ਨੇ, ਧਿਆਨ ਨਾਲ ਯਾਦ ਰੱਖਿਓ, HERTZ ਹਰਟਸ। ਤੇ ਇਟ ਕੈਨ ਬੀ ਕਿਲੋ ਹਰਟਸ, ਇਟ ਕੈਨ ਬੀ ਮੈਗਾ ਹਰਟਸ, ਇਟ ਕੈਨ ਬੀ ਗੀਗਾ ਹਰਟਸ, ਇਟ ਕੈਨ ਬੀ ਟੈਰਾ ਹਰਟਸ। ਠੀਕ ਹੈ, ਕਿਲੋ, ਮੈਗਾ, ਗੀਗਾ, ਟੈਰਾ ਤੇ ਤਾਂ ਯੂਨਿਟ ਵਧਾਉਣ ਦੇ ਲਈ ਹੈ ਨਾ, ਅਸਲ ਦੇ ਵਿੱਚ ਤਾਂ ਹਰਟਸ ਨੇ। ਜਿਵੇਂ ਕਿਲੋਗ੍ਰਾਮ ਕਹਿਤਾ, ਟਨ, ਕੁਇੰਟਲ, ਮਣ, ਹੈਕਟੇਅਰ ਤਾਂ ਚਲੋ ਮਿੰਟੀ 'ਚ ਹੁੰਦਾ ਨਾ, ਸੋ ਇਹ ਵਧਾਉਣ ਦੇ ਲਈ ਨੇ। ਗ੍ਰਾਮ ਯੂਨਿਟ ਨੇ, ਗ੍ਰਾਮ 'ਚ ਕਿਲੋਗ੍ਰਾਮ, 100 ਕੁਇੰਟਲ, ਕੁਇੰਟਲ ਮਣ, ਹੈ ਨਾ, ਉਵੇਂ ਹੀ ਇਹ ਨੇ। ਤਾਂ ਫ੍ਰੀਕੁਐਂਸੀ ਕੀ ਹੁੰਦੀ ਹੈ ਕਿ ਨੰਬਰ ਆਫ ਸਾਈਕਲ ਕੰਪਲੀਟ ਹੁੰਦੇ ਨੇ ਪਰ ਯੂਨਿਟ ਟਾਈਮ ਦੇ ਵਿੱਚ। ਉਹ ਯੂਨਿਟ ਟਾਈਮ ਸੈਕਿੰਡਸ ਦੇ ਵਿੱਚ ਹੋ ਸਕਦਾ ਹੈ, ਮਿੰਟਸ ਦੇ ਵਿੱਚ ਹੁੰਦਾ, ਮੋਸਟਲੀ ਸੈਕਿੰਡਸ ਦੇ ਵਿੱਚ ਹੁੰਦਾ। 4 ਹਰਟਸ, ਤਾਂ ਫ੍ਰੀਕੁਐਂਸੀ ਦੇ ਯੂਨਿਟਸ ਹਰਟਸ ਹੁੰਦੇ ਨੇ। ਠੀਕ ਹੈ, ਯਾਦ ਰੱਖਣੀ ਹੈ ਗੱਲ। ਸੋ ਮੈਨੂੰ ਲੱਗਦਾ ਥੋੜਾ ਜਿਹਾ ਜ਼ੁਕਾਮ ਹੋ ਗਿਆ, ਮੈਨੂੰ ਹੁਣੀ ਹੋ ਗਿਆ, ਚਲੋ ਕੋਈ ਨਹੀਂ, ਉਹਨਾਂ ਟਾਈਮ 'ਚ ਨਿਮੇੜ ਦਾਂਗੇ ਆਪਾਂ। ਤਾਂ ਓਪਰੇਟਿੰਗ ਫ੍ਰੀਕੁਐਂਸੀ 3 ਤਰ੍ਹਾਂ ਦੀ ਆਪਾਂ ਪੜ੍ਹ ਲਈ, ਲੋ ਫ੍ਰੀਕੁਐਂਸੀ, ਹਾਈ ਫ੍ਰੀਕੁਐਂਸੀ, ਅਲਟਰਾ ਹਾਈ ਫ੍ਰੀਕੁਐਂਸੀ। ਜੇ ਨਾਰਮਲੀ ਬੈਂਡ ਦੇ ਵਿੱਚ ਗੱਲ ਕਰੀਏ ਤਾਂ ਲੋ ਫ੍ਰੀਕੁਐਂਸੀ 30 ਕਿਲੋ ਹਰਟਸ ਤੋਂ ਲੈ ਕੇ 300 ਕਿਲੋ ਹਰਟਸ ਤੱਕ ਹੁੰਦੀ ਹੈ, ਤੇ ਹਾਈ ਫ੍ਰੀਕੁਐਂਸੀ ਦੀ ਰੇਂਜ 3 ਮੈਗਾ ਹਰਟਸ, ਇੱਥੇ ਮੈਗਾ ਹਰਟਸ ਪਾ ਲਓ, 3 ਮੈਗਾ ਹਰਟਸ ਤੋਂ ਲੈ ਕੇ 30 ਮੈਗਾ ਹਰਟਸ ਤੱਕ ਹੁੰਦੀ ਹੈ। ਤੇ ਅਲਟਰਾ ਹਾਈ, ਇਹ ਮੈਂ ਚੇਂਜ ਕਰਨਾ ਭੁੱਲ ਗਿਆ, ਸੋ ਆਹੀ ਕਾਪੀ ਹੋ ਗਿਆ। ਇਹ ਥੋੜਾ ਜਿਹਾ ਤੁਸੀਂ ਸਰਚ ਕਰ ਲਈਏ ਆਪਾਂ, ਚਲ ਮੈਂ ਤੁਹਾਨੂੰ ਕਮੈਂਟ ਕਰਕੇ ਦੱਸ ਦੂੰਗਾ। ਇੱਥੇ ਸੇਮ ਕਾਪੀ ਹੋ ਗਿਆ, ਮੈਂ ਚੈੱਕ ਨਹੀਂ ਕੀਤਾ ਦੁਬਾਰੇ। ਤਾਂ ਇੱਥੇ ਅਲਟਰਾ ਹਾਈ ਫ੍ਰੀਕੁਐਂਸੀ ਕੀ ਹੈ ਮੈਂ ਕਮੈਂਟ ਕਰਕੇ ਦੱਸ ਦੂੰਗਾ, ਮੈਨੂੰ ਹੁਣ ਯਾਦ ਨਹੀਂ ਅਲਟਰਾ ਹਾਈ ਫ੍ਰੀਕੁਐਂਸੀ, ਜੇ ਕਿਤੇ ਹੋਰ ਲਿਖਿਆ ਹੋਵੇ ਤਾਂ ਮੈਂ ਦੱਸ ਦੂੰਗਾ। ਠੀਕ ਹੈ, ਸੋ ਇਹ ਨਾਰਮਲ ਰੇਂਜ ਹੁੰਦੀਆਂ ਨੇ। ਬਟ RFID ਇਹ ਸਾਰੀਆਂ ਦੇ ਵਿੱਚੋਂ, ਜਿਵੇਂ ਆਪਾਂ ਕਹਿ ਦਈਏ ਵੀ ਪੇਰੈਂਟਸ ਨੇ ਜਿਹੜੇ ਉਹ ਬੱਚੇ ਨੂੰ 10 ਰੁਪਈਆਂ ਤੋਂ ਲੈ ਕੇ 100 ਰੁਪਈਆ ਤੱਕ ਮੰਥਲੀ ਜਾਂ ਇੱਕ ਦਿਨ ਦਾ ਬੱਚੇ ਨੂੰ ਦੇ ਸਕਦੇ ਨੇ, 5ਵੀਂ ਕਲਾਸ ਵਾਲੇ ਬੱਚੇ ਨੂੰ। ਤਾਂ ਆਪਾਂ ਕਹਿ ਦਈਏ ਜਿਹੜੇ ਪੰਜਾਬੀ ਪੇਰੈਂਟਸ ਨੇ ਉਹ ਮੋਸਟਲੀ 15 ਰੁਪਈਏ ਹੀ ਦਿੰਦੇ ਨੇ, 15 ਤੋਂ 20 ਰੁਪਈਏ ਦਿੰਦੇ ਨੇ। ਕੋਈ ਹੋਰ ਸਾਊਥ ਵਾਲੇ ਨੇ ਉਹ ਜ਼ਿਆਦਾ ਦੇ ਦਿੰਦੇ ਨੇ, ਹੈ ਨਾ। ਤਾਂ ਇਹ ਤਾਂ ਹੈਗੀ ਆ ਓਵਰਆਲ ਰੇਂਜ ਲੋ ਫ੍ਰੀਕੁਐਂਸੀ ਦੀ। ਬਟ RFID ਇਹਦੇ ਚੋਂ 125 ਤੋਂ ਲੈ ਕੇ 135 ਤੱਕ ਕਿਲੋ ਹਰਟਸ ਤੱਕ ਕੰਮ ਕਰਦਾ। ਜੇ ਆਪਾਂ ਨੂੰ ਐ ਆ ਜੇ ਨਾ ਵੀ RFID, ਆਪਾਂ ਨੂੰ ਤਾਂ RFID ਬਾਰੇ ਪੁੱਛੂਗਾ ਨਾ, RFID ਦੀ ਰੇਂਜ ਕਿੰਨੀ ਹੈ, ਤਾਂ 125 ਤੋਂ 135 ਕਵਾਂਗੇ ਆਪਾਂ। ਉਵੇਂ ਹੀ ਹਾਈ ਫ੍ਰੀਕੁਐਂਸੀ ਦੇ ਵਿੱਚ 13.56 ਮੈਗਾ ਹਰਟਸ ਤੇ ਕੰਮ ਕਰਦਾ, ਤੇ ਇਹ ਕੰਮ ਕਰਦਾ 860 ਤੋਂ ਲੈ ਕੇ 960 ਮੈਗਾ ਹਰਟਸ ਤੱਕ। ਠੀਕ ਹੈ, ਸਕਰੀਨਸ਼ਾਟ ਲੈ ਸਕਦੇ ਹੋ, ਇਹ ਮੈਂ ਤੁਹਾਨੂੰ ਅਪਡੇਟ ਕਰ ਦੂੰਗਾ। ਕਲੀਅਰ ਹੋਈ ਗੱਲ। ਤੇ ਇਹਦੀ ਜੇ ਆਪਾਂ ਡਿਸਟੈਂਸ ਦੀ ਗੱਲ ਕਰੀਏ ਤਾਂ 10 ਸੈਂਟੀਮੀਟਰ ਤੱਕ ਲੋ ਫ੍ਰੀਕੁਐਂਸੀ ਦੇ ਵਿੱਚ ਆਪਾਂ ਸਕੈਨ ਕਰ ਸਕਦੇ ਹਾਂ। ਜਿਵੇਂ ਸਕੈਨਰ ਹੈ ਨਾ, ਜਿਵੇਂ QR ਕੋਡ ਆਪਾਂ ਨੂੰ ਨੇੜੇ ਲੈ ਜਾਣਾ ਪੈਂਦਾ, ਲਾਈਨ ਆਫ ਸਾਈਟ ਹੈ, ਐ ਨਹੀਂ ਹੈਗਾ ਵੀ ਫੋਨ ਅਸੀਂ ਹੋਰ ਪਾਸੇ ਲੈ ਲਈਏ ਸਕੈਨ ਕਰ ਜੂਗਾ। ਠੀਕ ਹੈ, ਸੋ ਇਹ 10 ਸੈਂਟੀਮੀਟਰ ਤੱਕ ਹੈ ਤੇ 1 ਮੀਟਰ ਤੱਕ ਹਾਈ ਫ੍ਰੀਕੁਐਂਸੀ, ਤੇ ਇਹ 10 ਤੋਂ 15 ਮੀਟਰ ਤੱਕ ਜਾਂਦਾ ਅਲਟਰਾ ਹਾਈ ਫ੍ਰੀਕੁਐਂਸੀ। ਤੇ ਮੋਸਟਲੀ ਲੋ ਫ੍ਰੀਕੁਐਂਸੀ ਐਕਸੈਸ ਕੰਟਰੋਲ ਐਂਡ ਐਨੀਮਲ ਕੰਟਰੋਲ, ਐਨੀਮਲਾਂ ਦੇ ਆਪਾਂ ਨੂੰ ਪਤਾ ਹੀ ਹੋਣਾ ਤੁਹਾਨੂੰ, ਮੱਝਾਂ ਦੇ ਕੰਨਾਂ 'ਚ ਨਹੀਂ ਉਹ ਟੈਗ ਜੇ ਪਾਏ ਜਾਂਦੇ, ਉੱਥੇ ਲੋ ਫ੍ਰੀਕੁਐਂਸੀ ਵਰਤਿਆ ਜਾਂਦਾ। ਜਾਂ ਐਕਸੈਸ ਕੰਟਰੋਲ, ਕਿਤੇ ਹਾਜ਼ਰੀ ਲਾਉਣੀ ਹੈ, ਅਟੈਂਡੈਂਸ ਲਾਉਣੀ ਹੈ, ਕੋਈ ਰਿਸੋਰਸ ਐਕਸੈਸ ਕਰਨੇ ਹੈ, ਕਿਸੇ ਆਪਾਂ ਫਿਲਮਾਂ 'ਚ ਦੇਖਦੇ ਹਾਂ ਉਹ ਬਾਰ ਗੇਟ ਜਿੱਤੇ ਹੱਥ ਜਾ ਲਾ ਜਾਂਦੇ ਆ, ਉਹ ਐਕਸੈਸ ਕਰਨਾ ਕਿਸੇ ਚੀਜ਼ ਨੂੰ, ਐਕਸੈਸ ਕੰਟਰੋਲ, ਉੱਥੇ ਲੋ ਫ੍ਰੀਕੁਐਂਸੀ ਵਰਤਿਆ ਜਾਂਦਾ ਹੈ। ਤੇ ਟਿਕਟਿੰਗ ਜਾਂ ਪੇਮੈਂਟ ਐਂਡ ਡੇਟਾ ਟ੍ਰਾਂਸਫਰ ਦੇ ਵਿੱਚ ਹਾਈ ਫ੍ਰੀਕੁਐਂਸੀ। ਸਟੋਰ ਇਨਵੈਂਟਰੀ ਦੇ ਵਿੱਚ ਮੋਸਟਲੀ, ਕਿਉਂਕਿ ਡਿਸਟੈਂਸ ਜ਼ਿਆਦਾ ਚਾਹੀਦੀ ਹੈ, ਸਟੋਰ ਦੇ ਵਿੱਚ ਦੂਰੋਂ ਖੜੇ ਅਸੀਂ ਆਬਜੈਕਟ ਦੀ ਆਇਡੈਂਟੀਫਿਕੇਸ਼ਨ ਕਰਨਾ ਚਾਹੁੰਦੇ ਹਾਂ, ਤਾਂ ਉੱਥੇ ਫਿਰ ਇਹ ਆਪਣੇ ਕੋਲੇ ਅਲਟਰਾ ਹਾਈ ਵਰਤਿਆ ਜਾਂਦਾ ਹੈ। ਤਾਂ ਅਲਟਰਾ ਹਾਈ ਫ੍ਰੀਕੁਐਂਸੀ ਦਾ ਹੋਰ ਫਾਇਦਾ ਹੈ ਈਜ਼ੀਅਰ ਐਂਡ ਚੀਪਰ ਟੂ ਮੈਨੂਫੈਕਚਰਰ, ਇਹਨੂੰ ਮੈਨੂਫੈਕਚਰ ਕਰਨਾ ਬਹੁਤ ਸੌਖਾ, ਤਾਂ ਕਰਕੇ ਇਹ ਜ਼ਿਆਦਾ ਵਰਤਿਆ ਜਾਂਦਾ। ਠੀਕ ਹੈ, ਇੱਕ ਇਹਦਾ ਕਾਰਨ ਇਹ ਹੈ। ਤੇ ਐਕਟਿਵ ਫ੍ਰੀਕੁਐਂਸੀ ਦੀ ਜੇ ਆਪਾਂ ਗੱਲ ਕਰੀਏ ਤਾਂ ਐਕਟਿਵ RFID, ਜਿਵੇਂ ਆਪਾਂ ਟੈਗ ਦੀ ਗੱਲ ਕੀਤੀ ਸੀ, ਪੈਸਿਵ ਐਕਟਿਵ, ਹੈ ਨਾ, ਤਾਂ ਐਕਟਿਵ RFID ਮੋਸਟਲੀ ਅਲਟਰਾ ਹਾਈ ਫ੍ਰੀਕੁਐਂਸੀ ਬੈਂਡ ਨੂੰ ਹੀ ਯੂਜ਼ ਕਰਦਾ। ਤਾਂ ਦੋ ਤਰ੍ਹਾਂ ਦੇ ਦੋ ਟਾਈਪ ਦੇ ਐਕਟਿਵ ਟੈਗ ਹੁੰਦੇ ਨੇ, ਟਰਾਂਸਪੌਂਡਰਸ ਤੇ ਬੈਕਨਸ। ਠੀਕ ਹੈ, ਬਸ ਇੰਨਾ ਕੀ ਪੁੱਛਿਆ ਜਾਂਦਾ, ਜ਼ਿਆਦਾ ਨਹੀਂ ਪੁੱਛੋ, ਪਰ ਫਿਰ ਵੀ ਮੈਂ ਦੱਸ ਦੇਣਾ, ਟਰਾਂਸਪੌਂਡਰਸ ਤੇ ਬੀਕਨਸ।
ਟਰਾਂਸਪੌਂਡਰ 'ਚ ਕਿਹੜੇ ਹੁੰਦੇ ਨੇ? ਟਰਾਂਸਪੌਂਡਰ ਦੇ ਵਿੱਚ ਜਦੋਂ ਇਨ ਟੈਲੀਕਮਿਊਨੀਕੇਸ਼ਨ ਇਹ ਟਰਾਂਸਪੌਂਡਰ ਇਜ਼ ਏ ਡਿਵਾਈਸ that receives a signal emits a different signal in response। ਜਦੋਂ ਅਸੀਂ ਇਹ ਗੱਲ ਤਾਂ ਆਪਾਂ ਐਕਟਿਵ ਟੈਗ ਦੀ ਕਰ ਰਹੇ ਹਾਂ ਵੀ ਇਹਦੇ ਕੋਲੇ ਬੈਟਰੀ ਹੈ, ਬਟ ਜਦੋਂ ਹੀ ਇਹਦੇ ਤੇ ਲਾਈਟ ਪੈਂਦੀ ਹੈ ਉਦੋਂ ਹੀ ਰਿਸਪੌਂਸ ਕਰਦੇ ਨੇ ਇਹ, ਅਦਰਵਾਈਜ਼ ਇਹ ਕੋਈ ਰਿਸਪੌਂਸ ਨਹੀਂ ਕਰਦੇ। ਟਰਾਂਸਪੌਂਡਰਸ ਆਰ ਵੇਕਨ ਅਪ when they receive a radio signal from reader and then power on the respond by transmitting a signal back। ਅਦਰਵਾਈਜ਼ ਇਹ ਸੁੱਤੇ ਰਹਿੰਦੇ ਨੇ, ਜਦੋਂ ਹੀ ਇਹਦੇ ਤੇ ਲਾਈਟ ਮਾਰਦੇ ਉੱਠ ਕੇ ਖੜੇ ਹੋ ਜਾਂਦੇ ਨੇ, ਰਿਪਲਾਈ ਕਰ ਦਿੰਦੇ ਨੇ। ਇਹ ਟਰਾਂਸਪੌਂਡਰਸ ਨੇ। ਤੇ ਜਿਹੜੇ ਬੀਕਨਸ ਨੇ, ਬੀਕਨ ਹੁੰਦੇ ਨੇ ਕਿਤੇ ਲੋਕੇਸ਼ਨ ਨੂੰ ਟਰੈਕ ਕਰਨ ਦੇ ਲਈ ਲਾਏ ਜਾਂਦੇ ਨੇ, ਕੰਟੀਨਿਊਸਲੀ ਆਪਦੀਆਂ ਵੇਵਸ ਛੱਡਦੇ ਰਹਿੰਦੇ ਨੇ। ਆਰ ਆਫਨ ਯੂਜ਼ਡ ਇਨ ਰੀਅਲ ਟਾਈਮ ਲੋਕੇਟਿੰਗ ਸਿਸਟਮ। RTLS ਦੀ ਐਬਰੀਵੇਸ਼ਨ ਪੁੱਛ ਸਕਦਾ ਹੈ। ਰੀਅਲ ਟਾਈਮ ਲੋਕੇਟਿੰਗ ਸਿਸਟਮ ਕੀ ਹੁੰਦਾ ਹੈ? ਕਿਸੇ ਲੋਕੇਸ਼ਨ ਨੂੰ ਟਰੈਕ ਕਰਨਾ, ਇਨ ਆਰਡਰ ਟੂ ਟਰੈਕ ਪ੍ਰੀਸਾਈਜ਼ ਲੋਕੇਸ਼ਨ ਆਫ ਐਸੈਟ ਕੰਟੀਨਿਊਸਲੀ। Unlike transponders, beacons are not powered on by the reader signal. Instead, they emit signal at a preset intervals। ਤਾਂ ਇਹ ਬਾਰੀ-ਬਾਰੀ ਥੋੜੇ ਸਮੇਂ ਬਾਅਦ ਕੀ ਕਰਦੇ ਰਹਿੰਦੇ ਨੇ? ਸਿਗਨਲ ਛੱਡਦੇ ਰਹਿੰਦੇ ਨੇ। ਟਰਾਂਸਪੌਂਡਰਸ ਉਦੋਂ ਹੀ ਛੱਡਦੇ ਨੇ ਜਦੋਂ ਸਿਗਨਲ ਰੇਜ਼ ਪੈਂਦੀਆਂ ਨੇ। ਇਹ ਕੰਟੀਨਿਊਸਲੀ ਥੋੜੇ ਇੰਟਰਵਲ ਤੇ ਇਹ ਛੱਡਦੇ ਰਹਿੰਦੇ ਨੇ। ਬਸ ਇੰਨੀ ਕੁ ਗੱਲ ਯਾਦ ਰੱਖ ਲਿਓ, ਠੀਕ ਹੈ। ਤੇ ਦੋ ਆਪਰੇਟਿੰਗ ਪ੍ਰਿੰਸੀਪਲ ਹੁੰਦੇ ਨੇ, ਇਹਨਾਂ ਬਾਰੇ ਡਿਟੇਲ 'ਚ ਪੜ੍ਹਨ ਦੀ ਲੋੜ ਨਹੀਂ ਕਿਉਂਕਿ ਮੈਨੂੰ ਨਹੀਂ ਲੱਗਦਾ ਪੁੱਛੂਗਾ। ਬਸ ਇੱਕ ਨਾਮ ਯਾਦ ਰੱਖ ਲਿਓ ਵੀ ਦੋ ਪ੍ਰਿੰਸੀਪਲ ਤੇ ਕੰਮ ਕਰਦਾ RFID, ਕਿਹੜਾ? ਲੋਡ ਮੋਡੂਲੇਸ਼ਨ ਤੇ ਬੈਕ ਸਕੈਟਰਿੰਗ ਮੋਡੂਲੇਸ਼ਨ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਨੇ। ਕਈ ਵਾਰੀ ਪੁੱਛੂਗਾ ਤਾਂ ਬੜਾ ਸੌਖਾ ਪੁੱਛੂਗਾ ਕਿ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਆਪਰੇਟਿੰਗ ਪ੍ਰਿੰਸੀਪਲ ਆਫ RFID। ਤਾਂ ਕਿਹੜਾ ਹੈਗਾ? ਲੋਡ ਮੋਡੂਲੇਸ਼ਨ ਤੇ ਬੈਕ ਸਕੈਟਰਿੰਗ ਮੋਡੂਲੇਸ਼ਨ। ਕਲੀਅਰ? ਜ਼ਿਆਦਾ ਡਿਟੇਲ 'ਚ ਲੋੜ ਨਹੀਂ, ਮੈਂ ਕਰਾ ਦਿੰਦਾ। ਮੈਨੂੰ ਐਂ ਲੱਗਿਆ ਵੀ ਪੇਪਰ ਨੇੜੇ, ਆਪਾਂ ਫਾਲਤੂ ਕਾਹਨੂੰ ਉਲਝਾਉਣਾ ਬੰਦਿਆਂ ਨੂੰ। ਟਾਈਮ ਹੁੰਦਾ ਮੈਂ ਜ਼ਰੂਰ ਕਰਾਉਂਦਾ ਕਿਉਂਕਿ ਮੇਰੀ ਆਦਤ ਨਹੀਂ ਐਵੇਂ ਉੱਤੋਂ ਲੰਘਣਾ। ਤਾਂ ਆਪਾਂ ਤਾਂ ਪੂਰੇ ਸਵਾਦ ਹੀ ਲਈਦੇ ਟੌਪਿਕ ਦੇ ਵਿੱਚ, ਫਿਰ ਕੁਐਸਚਨ ਜਿੱਥੋਂ ਮਰਜ਼ੀ ਆ ਜੇ ਤੇ ਫਿਰ ਬੱਚਿਆਂ ਦਾ ਉਲਝਣਾ ਨਹੀਂ। ਤਾਂ ਮੈਂ ਇੱਕ ਤੁਹਾਡੀ ਮੈਰਾਥਨ ਕਲਾਸ ਪਾਈ ਹੋਈ ਹੈ, ਉਹ ਜ਼ਰੂਰ ਕਰਕੇ ਜਾਇਓ। ਤੇ ਇੱਕ ਮੈਂ ਪਲੇਲਿਸਟ ਪਾਊਂਗਾ, ਉਹ ਪਲੇਲਿਸਟ ਦੇ ਵਿੱਚ ਪੁਰਾਣੀਆਂ ਵੀਡੀਓ ਪਾਈਆਂ ਨੇ। 2021 ਵਾਲਾ ਪੇਪਰ ਵੀ ਪਾਇਆ ਹੋਇਆ ਹੈ, ਇੱਕ ਮੈਂ ਐਕਸਪੈਕਟਡ ਕੁਐਸਚਨ ਦੀ ਵੀਡੀਓ ਪਾਈ ਹੋਈ ਹੈ, ਇੱਕ ਹੋਰ ਵੀਡੀਓ, 4 ਵੀਡੀਓ ਨੇ ਉਹਦੇ ਵਿੱਚ, ਉਹ ਜ਼ਰੂਰ ਦੇਖ ਕੇ ਜਾਇਓ। 5ਵੀਂ ਮੈਰਾਥਨ ਹੋ ਗਈ ਤੇ ਇੱਕ ਐਬਰੀਵੇਸ਼ਨ ਮੈਰਾਥਨ, ਉਹ ਵੀ ਨਹੀਂ ਤੁਸੀਂ ਛੱਡ ਕੇ ਜਾਣੀ। ਤਾਂ ਕੰਪਿਊਟਰ ਦਾ ਸਾਰਾ ਸਿਲੇਬਸ ਹੋ ਜਾਊਗਾ ਤੁਹਾਡਾ, ਠੀਕ ਹੈ। ਚੈਪਟਰ ਵਾਈਜ਼ ਤੁਸੀਂ ਕਰ ਹੀ ਲਏ ਹੋਣਗੇ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਚੈਪਟਰ ਵਾਈਜ਼ PEER+V ਦੀ ਗ੍ਰੈਂਡ ਸੀਰੀਜ਼। ਤੇ ਇੱਕ ਜੇ ਹੋ ਸਕਿਆ ਤਾਂ ਅੰਗਣਵਾੜੀ ਵਾਲਾ ਪੇਪਰ 'ਚੋਂ ਕੰਪਿਊਟਰ ਦੇ ਕੁਐਸਚਨ ਮੈਂ ਕਰਾਏ ਹੋਏ ਨੇ, ਉਹ ਵੀ ਕਰਕੇ ਜਾਇਓ, ਇੰਪੋਰਟੈਂਟ ਹੈ। ਚੈਨਲ ਤੇ ਖੋਲਿਓ ਜਾ ਕੇ। ਕਈ ਸਟੂਡੈਂਟ ਮੈਨੂੰ ਪੁੱਛਦੇ ਆ ਵੀ ਵੀਡੀਓ ਨਹੀਂ ਲੱਭਦੀ, ਬੜਾ ਸੌਖਾ ਯਾਰ, ਚੈਨਲ ਤੇ ਕਲਿੱਕ ਕਰਿਆ ਕਰੋ, ਉੱਥੇ ਅੱਗੇ ਆ ਜਾਂਦਾ ਵੀਡੀਓਜ਼ ਤੇ ਪਲੇਲਿਸਟ। ਪਲੇਲਿਸਟ ਤੇ ਜਾਓ, ਸਾਰੇ ਪਲੇਲਿਸਟ ਦੇ ਵਿੱਚ ਵੀਡੀਓ ਪਈਆਂ ਨੇ, ਉੱਥੇ ਜਾ ਕੇ ਦੇਖ ਲਿਓ, ਠੀਕ ਹੈ। ਸੋ ਇੰਨੇ ਕਿ ਤਾਂ ਪੜ੍ਹੇ ਲਿਖੇ ਹੋ ਯਾਰ, ਕੋਸ਼ਿਸ਼ ਮਿਹਨਤ ਕਰ ਸਕਦੇ ਹੋ। ਸੋ ਛੋਟੀ ਜਿਹੀ ਗੱਲ ਪੁੱਛਦੇ ਹੋ, ਮੈਨੂੰ ਵੀ ਐਂ ਲੱਗਦਾ ਵੀ ਚੈਨਲ ਸਾਰਾ ਕੁਝ ਸਾਹਮਣੇ ਪਿਆ ਯਾਰ, ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਥੋੜੀ ਜਿਹੀ, ਠੀਕ ਹੈ। ਐਪਲੀਕੇਸ਼ਨਾਂ ਕੀ ਨੇ? ਇੰਸਟੀਟਿਊਸ਼ਨ ਦੇ ਵਿੱਚ, ਲਾਇਬ੍ਰੇਰੀ, ਹਸਪੀਟਲ, ਸਕੂਲ, ਕਾਲਜਸ ਦੇ ਵਿੱਚ ਵਰਤ ਸਕਦੇ ਹਾਂ। ਟਰਾਂਸਪੋਰਟੇਸ਼ਨ ਐਂਡ ਲੌਜਿਸਟਿਕਸ ਦੇ ਵਿੱਚ ਸਮਾਨ ਸਮੂਨ, ਐਕਸੈਸ ਕੰਟਰੋਲ, ਕੋਈ ਐਂਟਰੀ ਲੈਣੀ ਅੰਦਰ ਜਾਣ ਦੀ, ਉੱਥੇ RFID, ਸਪੋਰਟਸ ਦੇ ਵਿੱਚ, ਐਨੀਮਲ ਟਰੈਕਿੰਗ ਦੇ ਵਿੱਚ, ਠੀਕ ਹੈ। ਹੁਣ ਬੜਾ ਵਧੀਆ ਡਿਫਰੈਂਸ ਹੈ RFID ਤੇ ਬਾਰਕੋਡ। ਕਿਉਂ ਨਹੀਂ ਅਸੀਂ ਬਾਰਕੋਡ ਵਰਤਦੇ, RFID ਹੀ ਕਿਉਂ ਵਰਤਦੇ ਹਾਂ? ਕੁਐਸਚਨ ਬਣ ਸਕਦਾ ਹੈ। ਟੈਕਨੋਲੋਜੀ ਦੀ ਗੱਲ ਕਰੀਏ, ਬਾਰਕੋਡ ਹੁੰਦਾ ਜਿਹੜਾ ਆਪਟੀਕਲ ਲੇਜ਼ਰ ਤੇ ਲੇਜ਼ਰ ਲਾਈਟ ਹੁੰਦੀ ਹੈ, ਪਹਿਲਾਂ ਹੀ ਦੱਸ ਚੁੱਕਿਆ ਮੈਂ। RFID ਦੇ ਵਿੱਚ ਰੇਡੀਓ ਫ੍ਰੀਕੁਐਂਸੀ ਹੁੰਦੀ ਹੈ ਤੇ ਬਾਰਕੋਡ ਦੇ ਵਿੱਚ ਲਾਈਨ ਆਫ ਸਾਈਟ ਚਾਹੀਦਾ ਹੁੰਦਾ, ਮਤਲਬ ਸਿੱਧਾ ਹੋਣਾ ਚਾਹੀਦਾ। ਜਿਵੇਂ ਇੱਥੇ ਮੈਂ ਫ੍ਰੀਕੁਐਂਸੀ ਲੈ ਰਿਹਾ, ਲਾਈਨ ਆਫ ਸਾਈਟ ਹੈ, ਜੇ ਟੈਗ ਇੱਧਰ ਹੈ ਤੇ ਰੀਡਰ ਇੱਧਰ ਨੂੰ ਹੈ, ਫਿਰ ਉਹ ਸਕੈਨ ਨਹੀਂ ਕਰੂਗਾ। ਬਟ ਇੱਥੇ RFID ਦੇ ਵਿੱਚ ਕੋਈ ਲਾਈਨ ਆਫ ਸਾਈਟ ਨਹੀਂ ਚਾਹੀਦਾ। ਤੇ ਬਾਰਕੋਡ ਹੈ ਜਿਹੜਾ ਆਈਟਮ ਟਾਈਪ ਤੇ ਗਰੁੱਪ ਨੂੰ ਆਈਡੈਂਟੀਫਿਕੇਸ਼ਨ ਕਰਦਾ। ਇਹ ਯੂਨੀਕਲੀ ਆਈਡੈਂਟੀਫਾਈਜ਼ ਆਈਟਮਸ, ਇਹ ਕੱਲੀ ਆਈਟਮ ਨੂੰ ਆਈਡੈਂਟੀਫਾਈ ਕਰਦਾ, ਠੀਕ ਹੈ। ਇਹ ਰੀਡ ਓਨਲੀ ਹੁੰਦਾ ਤੇ RFID ਰੀਡ ਤੇ ਰਾਈਟ ਕਰਦਾ। ਰੇਂਜ ਇਹਦੀ ਸੈਵਰਲ ਇੰਚਸ ਜਾਂ ਫੀਟ ਤੱਕ ਹੁੰਦੀ ਹੈ, ਇਹ 100 ਫੀਟਸ ਤੱਕ ਹੋ ਸਕਦੀ ਹੈ। ਸਪੀਡ ਬਾਰਕੋਡ ਦੀ ਸਲੋ ਹੈ, RFID ਫਾਸਟ ਹੈ। ਇਹ ਲਿਮਟਿਡ ਅਮਾਉਂਟ ਆਫ ਡੇਟਾ ਸਟੋਰ ਕਰਨ ਦੀ ਗੱਲ ਕਰੀਏ, ਬਾਰਕੋਡ 'ਚ ਥੋੜਾ ਡੇਟਾ ਸਟੋਰ ਹੁੰਦਾ, ਜਿਵੇਂ ਨੇਮ, SKU ਐਂਡ ਮੈਨੂਫੈਕਚਰਰ ਵਗੈਰਾ ਸਟੋਰ ਕਰਦੇ ਹਾਂ। ਇਹਦੇ ਵਿੱਚ ਜ਼ਿਆਦਾ ਡਿਗਰੀ ਆਫ ਕੰਪਲੈਕਸਿਟੀ ਦੀ ਆਪਾਂ ਇਨਫੋਰਮੇਸ਼ਨ ਸਟੋਰ ਕਰ ਸਕਦੇ ਹਾਂ। ਸਿਕਿਉਰਿਟੀ ਦੀ ਗੱਲ ਕਰੀਏ, ਬਾਰਕੋਡ ਲੈਸ ਸਿਕਿਉਰ ਹੈ ਤੇ ਇਹ ਜ਼ਿਆਦਾ ਸਿਕਿਉਰ ਹੈ, ਠੀਕ ਹੈ। ਯਾਦ ਰੱਖਣੀ ਹੈ ਗੱਲ। ਸੋ ਇਹਦੇ ਨਾਲ ਲੱਗਦੀ ਇੱਕ ਕੰਟੈਕਟਲੈਸ ਕਾਰਡ ਹੈ। ਅੱਜ ਕੱਲ੍ਹ ਇਹ ਚੱਲਦੇ ਨੇ ਕਿ ਜਿਵੇਂ ਆਪਣੇ ਕੋਲੇ ਦੋ ਤਰ੍ਹਾਂ ਦੇ ਕਾਰਡ ਹੁੰਦੇ ਨੇ, ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ। ਡੈਬਿਟ ਕਾਰਡ 'ਚ ਜਿਹੜੇ ਹੁੰਦੇ ਆ ਅਸੀਂ ਪੈਸੇ ਕਢਵਾਉਣੇ ਆ, ਕ੍ਰੈਡਿਟ ਕਾਰਡ 'ਚ ਬਿਨਾਂ ਪੈਸਿਆਂ ਤੋਂ ਆਪਾਂ ਪਹਿਲਾਂ ਕ੍ਰੈਡਿਟ ਲੈ ਸਕਦੇ ਹਾਂ, ਠੀਕ ਹੈ। ਸੋ ਇਹ ਦੋ ਤਰ੍ਹਾਂ ਦੇ ਕਾਰਡ ਹੁੰਦੇ ਨੇ। ਆਪਾਂ ਆਹ ਡਿਵਾਈਸ ਰੀਡ ਹੁੰਦਾ, ਇਨਪੁਟ ਆਊਟਪੁੱਟ ਡਿਵਾਈਸ ਹੁੰਦਾ, ਇਨਪੁਟ ਵੀ ਕਰਦੇ ਹਾਂ, ਆਊਟਪੁੱਟ ਵੀ ਡਿਸਪਲੇ ਕਰਾ ਦਿੰਦਾ ਕਾਰਡ ਰੀਡਰ।
ਸੋ ਇਹਦੇ ਵਿੱਚ ਕਾਰਡ ਆਪਾਂ ਸਵਾਈਪ ਕਰਕੇ ਰੀਡ ਕਰਦੇ ਹਾਂ, ਬਟ ਜਿਹੜੇ ਕੰਟੈਕਟਲੈਸ ਕਾਰਡ ਨੇ ਵਾਇਰਲੈਸ ਹੁੰਦੇ ਨੇ, ਇਹ ਥੋੜੀ ਜਿਹੀ ਰੇਂਜ ਹੁੰਦੀ ਹੈ, ਨੇੜੇ ਆ ਕੇ ਕੰਮ ਕਰਦੇ ਨੇ। ਤਾਂ ਇਹ ਦੋ ਟੈਕਨੋਲੋਜੀ ਤੇ ਕੰਮ ਕਰਦੇ ਨੇ, ਪੁੱਛ ਸਕਦਾ। ਇਹਦੇ ਵਿੱਚ ਵੀ RFID ਯੂਜ਼ ਹੁੰਦੀ ਹੈ, ਇਹਦੀ ਐਪਲੀਕੇਸ਼ਨ RFID ਦੀ, ਤੇ ਦੂਜਾ ਉਹਦੇ ਚ ਨੀਅਰ ਫੀਲਡ ਕਮਿਊਨੀਕੇਸ਼ਨ ਯੂਜ਼ ਕਰਦੇ ਆ। NFC ਤੁਹਾਨੂੰ ਪੁੱਛ ਸਕਦਾ ਹੈ, ਜਾਂ RFID ਪੁੱਛ ਸਕਦਾ ਹੈ, ਜਾਂ ਇਹ ਪੁੱਛ ਸਕਦਾ ਹੈ ਕੰਟੈਕਟਲੈਸ ਕਾਰਡ ਦੇ ਵਿੱਚ ਇਹਨਾਂ ਚੋਂ ਕਿਹੜਾ ਹੁੰਦਾ, ਕਿ ਇਹ ਦੋਨੇ ਹੁੰਦੇ ਨੇ। ਤਾਂ ਇਹ ਦੋਨੇ ਹੁੰਦੇ ਨੇ, ਯਾਦ ਰੱਖਣਾ, ਠੀਕ ਹੈ। ਐਬਰੀਵੇਸ਼ਨਾਂ ਜਿਵੇਂ ਆਪਾਂ ਹਰੇਕ ਵੀਡੀਓ ਤੋਂ ਬਾਅਦ ਕਰ ਦਿੰਦੇ ਹਾਂ। SOL ਹੈ ਸੌਫਟਵੇਅਰ ਫॉर ਯੂਨੀਵਰਸਿਟੀ ਲਾਇਬ੍ਰੇਰੀਜ਼। SRU ਹੈ ਸਰਚ ਰਿਟਰੀਵ ਬਾਇਆ URL, ਸਰਚ ਰਿਟਰੀਵ ਬਾਇਆ ਵੈਬ। MARS ਹੁੰਦਾ ਮਸ਼ੀਨ ਰੀਡੇਬਲ ਕੈਟਾਲੋਗਿੰਗ। ARC ਹੁੰਦਾ ਐਂਗਲੋ ਅਮਰੀਕਨ ਕੈਟਾਲੋਗਿੰਗ ਰੂਲਸ। ਤੇ RFID ਹੁੰਦਾ ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ। ਤੇ ਹੁਣ ਆਪਾਂ ਇਹਦੇ ਕੁਐਸਚਨ ਕਰ ਲਈਏ, ਬੜੇ ਸੌਖੇ ਕੁਐਸਚਨ ਹੈ। ਇਹ ਤੋਂ ਬਾਅਦ ਕੁਝ ਵੀ ਨਹੀਂ ਆਊਗਾ ਇਸ ਵੀਡੀਓ ਤੋਂ ਬਾਅਦ, ਤੁਹਾਨੂੰ ਧਿਆਨ ਨਾਲ ਦੇਖ ਲਓ, ਠੀਕ ਹੈ। ਕੰਪੋਨੈਂਟਸ ਆਫ ਕੰਟੈਕਟਲੈਸ ਕਾਰਡਸ ਆਰ, ਹੁਣੀ ਆਪਾਂ ਦੇਖ ਲਏ। RFID ਤੇ NFC ਪਹਿਲੇ ਦੋ ਨੇ, ਬੋਥ A and 1, ਠੀਕ ਹੈ। D ਹੋ ਗਿਆ। ਅਗਲਾ, ਹੂ ਇਜ਼ ਦੀ ਫਾਊਂਡਰ ਆਫ RFID? ਆਪਾਂ ਨੂੰ ਪਤਾ ਹੈ ਚਾਰਲਸ ਵਿੰਟਨ, ਠੀਕ ਹੈ। ਚਾਰਲਸ ਬੈਬੇਜ ਸੀਗਾ। ਇਹ ਇੱਕੋ ਜਿਹੇ ਤਾਂ ਨਹੀਂ ਪੈ ਗਏ ਕਿਤੇ, ਤਾਂ ਕੰਮ ਹੀ ਗਲਤ ਹੋ ਗਿਆ। ਚਾਰਲਸ ਵਾਲਟਨ ਹੈ, ਵਿੰਟਨ ਨਹੀਂ ਹੈ, ਹਨਾ। ਚਲੋ ਪਿੱਛੇ ਜਾ ਕੇ ਦੇਖੀਏ ਆਪਾਂ। RFID ਦਾ ਫਾਊਂਡਰ ਚਾਰਲਸ। ਘੈਂਟ, ਇੱਕੋ ਜਿਹੀ ਆਪਸ਼ਨ ਪਾਤੀ ਉਹਨੇ, ਠੀਕ ਆ। ਟਰਾਂਸਪੌਂਡਰ ਇਹ ਵੀ ਆਪਾਂ ਕਰ ਚੁੱਕੇ ਹਾਂ, ਇਹ ਵੀ ਕਰ ਚੁੱਕੇ ਹਾਂ ਸਾਰੀਆਂ। ਤੁਹਾਨੂੰ ਪਤਾ ਨਹੀਂ ਯਾਦ ਹੈ ਕਿ ਨਾ, ਮੈਨੂੰ ਤਾਂ ਯਾਦ ਨਹੀਂ ਕਿਉਂਕਿ ਮੈਨੂੰ ਮੈਂ ਕਿਹੜਾ ਪੇਪਰ ਦੇਣਾ। ਚਾਰਲਸ ਵਾਲਟਨ, ਠੀਕ ਹੈ। ਚਾਰਲਸ ਵਾਲਟਨ ਹੈ, ਵਿੰਟਨ ਨਹੀਂ ਹੈਗਾ, ਚਾਰਲਸ ਵਾਲਟਨ। ਇਹਨਾਂ ਨੇੜੇ ਵੈਸੇ ਪਾਇਆ ਨਹੀਂ ਜਾਂਦਾ, ਇਹ ਨਹੀਂ ਪਾਇਆ ਜਾਂਦਾ ਕੁਐਸਚਨ ਦੇ ਵਿੱਚੋਂ। ਮੈਂ ਕਿਸੇ ਤੋਂ ਹੀ ਕਾਪੀ ਕੀਤਾ, ਵੈਬਸਾਈਟ ਤੋਂ ਕੁਐਸਚਨ ਇਹ, ਸੋ ਮੈਂ ਧਿਆਨ ਨਹੀਂ ਦਿੱਤਾ ਇਸ ਚੀਜ਼ ਤੇ। ਚਾਰਲਸ ਵਾਲਟਨ ਆਪਾਂ ਯਾਦ ਰੱਖਣਾ ਹੈ। ਇੱਥੇ ਪਤਾ ਨਹੀਂ ਮੈਂ ਕਿਹੜਾ ਗਲਤ ਲਾਤਾ, ਹਨਾ, ਸ਼ਾਇਦ। ਸੋ ਕੁਐਸਚਨ ਵਧੀਆ ਲੱਗਿਆ ਮੈਨੂੰ, ਪੁੱਛਿਆ ਜਾ ਸਕਦਾ। ਤਾਂ ਦੂਜਾ ਕੁਐਸਚਨ ਸੀਗਾ ਚਾਰਲਸ ਵਾਲਟਨ, ਤਾਂ C ਆਂਸਰ ਆਊਗਾ, ਨਾ ਕਿ B। C ਆਂਸਰ। ਚਾਰਲਸ ਬੈਬੇਜ ਆਪਾਂ ਨੂੰ ਪਤਾ ਹੈ ਫਾਦਰ ਆਫ ਕੰਪਿਊਟਰ ਹੈ, ਤੇ ਐਲਨ ਟਿਊਰਿੰਗ ਹੈ ਜਿਹੜਾ ਫਾਦਰ ਆਫ ਥਿਓਰੈਟੀਕਲ ਕੰਪਿਊਟਰ, ਜਾਂ ਫਾਦਰ ਆਫ ਮਾਡਰਨ ਕੰਪਿਊਟਰ ਵੀ ਕਹਿ ਸਕਦੇ ਹਾਂ, ਫਾਦਰ ਆਫ ਥਿਓਰੈਟੀਕਲ ਕੰਪਿਊਟਰ, ਜਾਂ ਫਾਦਰ ਆਫ ਕੰਪਿਊਟਰ ਸਾਇੰਸ ਵੀ ਬੋਲ ਦਿੰਦੇ ਆ ਐਲਨ ਟਿਊਰਿੰਗ ਨੂੰ, ਠੀਕ ਹੈ ਜੀ। ਤੇ RFID ਕਿਹੜੇ ਸਾਲ ਫਾਊਂਡ ਹੋਈ ਸੀ? 1983 ਦੇ ਵਿੱਚ। RFID ਰੀਡਰ ਨੂੰ ਕੀ ਬੋਲਦੇ ਆ? ਇੰਟੈਰੋਗੇਟਰ। ਤੇ ਅਮੰਗ ਦੀਜ਼ ਵਿੱਚ ਇਜ਼ ਨੋਟ ਦੀ ਕੰਪੋਨੈਂਟ ਆਫ ਪੈਸਿਵ RFID। RF ਟੈਗ ਵੀ ਹੁੰਦਾ, RF ਰੀਡਰ ਵੀ ਹੁੰਦਾ, RF ਐਂਟੀਨਾ ਹੁੰਦਾ। ਬੈਟਰੀ ਨਹੀਂ ਹੁੰਦਾ, ਠੀਕ ਹੈ। ਬੈਟਰੀ ਤਾਂ ਹੁੰਦੀ ਨਹੀਂ ਪੈਸਿਵ ਦੇ ਵਿੱਚ, ਐਕਟਿਵ ਚ ਹੁੰਦੀ ਹੈ। ਇਹਦਾ ਆਨਸਰ ਪਹਿਲਾਂ ਹੀ ਆ ਗਿਆ। RFID ਯੂਜ਼ ਵਿਚ ਟਾਈਪ ਆਫ ਵੇਵ, ਇਹ ਵੀ ਗਲਤ ਲਾ ਚੁੱਕਿਆ ਹੈ ਆਪਾਂ। ਇਹਦਾ ਆਨਸਰ C ਹੈ, ਰੇਡੀਓ ਵੇਵ ਵਰਤਦਾ, ਨਾ ਕਿ ਸਾਰੀਆਂ। ਮਾਈਕ੍ਰੋਵੇਵ ਨਹੀਂ ਵਰਤਦਾ ਤੇ ਇਨਫਰਾਰੈਡ ਨਹੀਂ ਵਰਤਦਾ, ਰੇਡੀਓ ਵੇਵ, ਯਾਦ ਰੱਖਣੀ ਹੈ ਗੱਲ, ਠੀਕ ਹੈ ਜੀ। ਫਾਸਟ ਟੈਗ ਇਨ ਵਿਚ ਟਾਈਪ ਆਫ RFID ਟੈਗ, ਜਿਹੜਾ ਆਪਾਂ ਦੇਖਦੇ ਹਾਂ ਆਹ ਟੋਲ ਪਲਾਜ਼ਾ ਤੇ ਫਾਸਟ ਟੈਗ ਹੁੰਦਾ, ਉਹ ਕਿਹੜਾ ਟੈਗ ਹੁੰਦਾ? ਤਾਂ ਉਹ ਪੈਸਿਵ RFID ਟੈਗ, ਉਹਦੇ ਚ ਬੈਟਰੀ ਨਹੀਂ ਹੁੰਦੀ। ਆਪਣੇ ਕਾਰਾਂ ਤੇ ਨਹੀਂ ਲੱਗਿਆ ਹੁੰਦਾ ਫਾਸਟ ਟੈਗ, ਉਹ ਪੈਸਿਵ RFID ਟੈਗ ਹੁੰਦਾ। RFID ਸਟੈਂਡਸ ਫॉर ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ, ਨਾ ਕਿ ਇੰਡੀਕੇਟਰ, ਠੀਕ ਆ। ਅਗਲਾ, ਵਿਚ ਆਫ ਦੀ ਫੋਲੋਇੰਗ ਇਜ਼ RFID ਟੈਗ? ਕਿਹੜੇ ਕਹਿੰਦੇ ਇਹਨਾਂ ਚੋਂ RFID ਟੈਗਸ ਨੇ? ਐਕਟਿਵ ਵੀ ਹੁੰਦਾ, ਪੈਸਿਵ ਹੁੰਦਾ, ਹਾਈਬ੍ਰਿਡ ਨਹੀਂ ਹੁੰਦਾ, ਸੈਮੀ ਪੈਸਿਵ ਹੁੰਦਾ। ਸੋ ਓਨਲੀ 1 and 2, ਜਾਂ A and B ਕਹਿ ਲਓ, A and B ਆਉਣਾ ਸੀ ਇੱਥੇ, ਓਨਲੀ A and B, ਠੀਕ ਹੈ। D ਆਂਸਰ ਹੈ। ਸੋ ਇਹ ਆਪਾਂ ਕੁਐਸਚਨ ਵੀ ਦੇਖ ਲਏ, ਤੇ ਇਹਦੇ ਵਿੱਚ ਆਪਾਂ ਡਿਸਕਸ ਕੀਤਾ SOL, ਲਿਬਸਿਸ ਐਂਡ RFID। ਮੈਨੂੰ ਥੋੜਾ ਜਿਹਾ ਜ਼ੁਕਾਮ ਹੋ ਗਿਆ ਸੀਗਾ, ਮੈਨੂੰ ਐ ਸੀ ਕਿਤੇ ਵਿੱਚ ਪ੍ਰੋਬਲਮ ਨਾ ਆ ਜੇ, ਛਿੱਕਾਂ ਵਾਲੀਆਂ ਆਉਣ ਲੱਗ ਜਾਣ, ਤਾਂ ਮੈਂ ਥੋੜਾ ਜਿਹਾ ਖਿੱਚ ਕੇ ਕੰਮ ਕਰਾਤਾ। ਠੀਕ ਵੀ ਹੈ, ਤੁਹਾਡਾ ਪੇਪਰ ਨੇੜੇ ਆਇਆ। ਵੀਡੀਓ ਨੂੰ ਦੇਖਿਓ, ਤੇ ਕੋਈ ਡਾਊਟ ਹੋਈ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੋ। ਇੰਸਟਾਗ੍ਰਾਮ ਦੀ ਮੈਂ ID ਦਿੱਤੀ ਹੋਈ ਹੈ, ਉੱਥੇ ਵੀ ਮੈਸੇਜ ਕਰ ਸਕਦੇ ਹੋ। ਜਿੰਨਾ ਸਟੂਡੈਂਟ ਕੋਲੇ ਤੁਹਾਡੇ ਕੋਲੇ ਨੰਬਰ ਹੈਗਾ, ਤੁਸੀਂ ਮੈਨੂੰ WhatsApp ਕਰ ਸਕਦੇ ਹੋ। ਤੇ ਬਾਕੀ ਦੀਆਂ ਆਉਣ ਵਾਲੇ ਪੇਪਰਾਂ ਦੀ ਤਿਆਰੀ ਲਈ ਵੀ ਤੁਸੀਂ ਬਾਕੀ ਵੀਡੀਓ ਦੇਖਦੇ ਰਹੋ। ਆਉਣ ਵਾਲੇ ਸਮੇਂ 'ਚ ਆਪਾਂ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਥੈਂਕ ਯੂ। ਇੱਕ ਗੱਲ ਹੋਰ ਮੈਂ ਭੁੱਲ ਗਿਆ, ਜਿੱਦਣ ਤੁਹਾਡਾ ਪੇਪਰ ਹੋ ਗਿਆ ਨਾ ਲਾਇਬ੍ਰੇਰੀ ਦਾ, ਤੁਸੀਂ ਮੈਨੂੰ ਨਾਲ ਦੀ ਨਾਲ ਕੁਐਸਚਨ ਭੇਜ ਦਿਓ, ਮੈਂ ਤੁਹਾਨੂੰ ਆਨਸਰ ਸੋਲਿਊਸ਼ਨ ਦੱਸ ਦੂੰਗਾ, ਤਾਂ ਫਾਇਦਾ ਹੋ ਜੂ ਤੁਹਾਡਾ, ਠੀਕ ਹੈ। ਸੋ ਮਿਲਦੇ ਹਾਂ ਆਪਾਂ ਪੇਪਰ ਤੋਂ ਬਾਅਦ ਹੀ ਮਿਲਾਂਗੇ ਤੁਹਾਨੂੰ, ਕੋਈ ਕਿਵੇਂ ਦਾ ਪੇਪਰ ਆ ਉਹ। ਹੋਪ ਸੋ ਕਿ ਤੁਹਾਡਾ ਵਧੀਆ ਪੇਪਰ ਹੋਵੇ। ਆਲ ਦੀ ਬੈਸਟ ਸਾਰਿਆਂ ਨੂੰ, ਠੀਕ ਹੈ। ਥੈਂਕ ਯੂ।